ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਅਰਥ ਵਿਗਿਆਨੀ, ਅਰਥ ਸ਼ਾਸਤਰੀ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਮੌਜੂਦ ਨੇ। ਗੱਲਬਾਤ ਅਸੀਂ ਜਿਹੜਾ ਚੋਣ ਨਤੀਜਿਆਂ ਤੋਂ ਪਹਿਲਾਂ ਜਿਸ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਕਿ ਸਰਕਾਰ ਤਾਂ ਬਣ ਜਾਣੀ ਹੈ, ਜਿਹਦੀ ਮਰਜ਼ੀ ਬਣੇ, ਜੋੜ ਕਰਨ, ਤੋੜ ਕਰਨ, ਜੋ ਮਰਜ਼ੀ ਕਰਨ, ਪਰ ਇਹਦੇ ਵਿੱਚ ਸਵਾਲ ਇਹ ਆ ਕਿ ਅਗਲੀ ਸਰਕਾਰ ਦਾ ਏਜੰਡਾ ਕੀ ਹੋਣਾ ਚਾਹੀਦਾ, ਉਸ ਏਜੰਡੇ ਦੇ ਵਿੱਚ ਕੀ ਕੁਝ ਸ਼ਾਮਲ ਹੋਣਾ ਚਾਹੀਦਾ ਤੇ ਉਹਦੇ ਲਈ ਜਿਹੜਾ ਉਸ ਏਜੰਡੇ ਨੂੰ ਲਾਗੂ ਕਰਨ ਦੇ ਲਈ ਕਿਸ ਤਰ੍ਹਾਂ ਦੀ ਇੱਛਾ ਸ਼ਕਤੀ ਚਾਹੀਦੀ ਆ, ਉਸ ਉੱਤੇ ਅਸੀਂ ਗੱਲਬਾਤ ਕਰਾਂਗੇ। ਸਵਾਲ ਇਹਦੇ ਨਾਲ ਕਾਫੀ ਜੁੜੇ ਨੇ, ਜਿਹਦੇ ਵਿਕਾਸ ਦੀ ਜਦੋਂ ਗੱਲ ਹੁੰਦੀ ਆ ਕਿ ਇਹਨਾਂ ਸਰਕਾਰਾਂ ਨੇ ਵਿਕਾਸ ਦੀ ਥਾਂ ਤੇ ਵਿਨਾਸ਼ ਵੱਲ ਤੋਰ ਦਿੱਤਾ, ਪਰ ਉਹਦੇ ਤੇ ਰੋਕ ਲੱਗ ਸਕਦੀ ਆ ਜੇ ਕਿਤੇ ਸਰਕਾਰ ਆਪਣਾ ਏਜੰਡਾ ਸਪਸ਼ਟ ਕਰੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਥੈਂਕ ਯੂ ਸੁਖਵਿੰਦਰ ਜੀ, ਧੰਨਵਾਦ ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ। ਚੋਣਾਂ ਤੋਂ ਪਹਿਲਾਂ ਤਾਂ ਬੜਿਆਂ ਨੇ ਆਪਣਾ ਏਜੰਡਾ ਦਿਖਾਇਆ, ਬੜਿਆਂ ਨੇ ਮਾਡਲ ਵੀ ਦਿਖਾਇਆ ਕਿ ਪੰਜਾਬ ਨੂੰ ਇਸ ਤਰ੍ਹਾਂ ਦਾ ਬਣਾ ਦੇਾਂਗੇ, ਸਬਜ਼ ਬਾਗ ਵੀ ਦਿਖਾਏ, ਫ੍ਰੀ ਬੀਸ ਵੀ, ਜਿਹੜੀਆਂ ਵਾਧੂ ਦੀਆਂ ਸਹੂਲਤਾਂ ਕਹਿ ਲਓ ਕਿ ਫ੍ਰੀ ਤੌਰ ਦੇ ਉੱਤੇ ਅਸੀਂ ਆਹ ਦੇ ਦਿਆਂਗੇ, ਉਹ ਦੇ ਦਿਆਂਗੇ, ਪਰ ਕਿਸੇ ਨੇ ਵੀ ਇਸ ਪਾਸੇ ਵੱਲ ਧਿਆਨ ਨਹੀਂ ਦਿਵਾਇਆ ਕਿ ਪੰਜਾਬ ਦੇ ਵਿੱਚ ਜਿਹੜਾ ਖਜ਼ਾਨੇ ਤੇ ਬੋਝ ਆ, ਉਹ ਕਿੰਨਾ ਕਰਜ਼ਾ ਹੋਰ ਵੱਧਦਾ ਜਾ ਰਿਹਾ ਤੇ ਇਹਨੂੰ ਲਾਉਣਾ ਕਿੱਦਾਂ ਆ। ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਸੁਖਵਿੰਦਰ ਜੀ ਤੁਸੀਂ ਬੜੀ ਸ਼ੁਰੂ ਚ ਵਧੀਆ ਗੱਲ ਕੀਤੀ ਸੀਗੀ ਕਿ ਸਰਕਾਰ ਤਾਂ ਬਣਨੀ ਹੈ। ਪਹਿਲਾਂ ਵੀ ਸਰਕਾਰਾਂ ਬਣਦੀਆਂ ਰਹੀਆਂ ਨੇ, ਹੁਣ ਵੀ ਬਣਨੀ ਹੈ। ਸਵਾਲ ਇਹ ਪੈਦਾ ਹੁੰਦਾ ਕਿ ਕੀ ਇਹ ਨਵੀਂ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਵਿਕਾਸ ਨੂੰ ਇਗਨੋਰ ਕਰੇਗੀ ਜਾਂ ਵਿਕਾਸ ਨੂੰ ਮੇਨ ਆਪਣਾ ਜਿਹੜਾ ਏਜੰਡਾ ਬਣਾਏਗੀ। ਸਵਾਲ ਇਹ ਹੈ ਤੇ ਇਸ ਸਵਾਲ ਨੂੰ ਮੈਂ ਕਈ ਦਿਨ ਪਹਿਲਾਂ ਸੋਚਿਆ ਸੀ ਕਿ ਇਸ ਤੇ ਕੋਈ ਡਿਬੇਟ ਹੋਣੀ ਚਾਹੀਦੀ, ਤੇ ਮੈਂ ਇੱਕ ਆਰਟੀਕਲ ਵੀ ਲਿਖਿਆ ਸੀ ਮੀਡੀਆ 'ਚ, ਉਹ ਤੁਸੀਂ ਦੇਖਿਆ ਵੀ ਹੋਏਗਾ ਸ਼ਾਇਦ। ਤੇ ਉਹਦਾ ਮੈਂ ਟਾਈਟਲ ਹੀ ਰੱਖਿਆ ਸੀ, ਉਹ ਪੰਜਾਬੀ ਟ੍ਰਿਬਿਊਨ 'ਚ ਆਇਆ ਹੈਗਾ, ਪੰਜਾਬ 'ਚ ਅਗਲੀ ਸਰਕਾਰ ਦਾ ਏਜੰਡਾ ਕੀ ਹੋਵੇ। ਇਹ ਤੰਗ ਕਰ ਰਹੀ ਸੀ ਮੈਨੂੰ ਗੱਲ ਕਿ ਆਫਟਰ ਆਲ ਹੁਣ ਤੱਕ ਜਿਹੜੇ ਮੈਨੀਫੈਸਟੋ ਜਿੰਨੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ, ਇਰਰਿਸਪੈਕਟਿਵ ਮੈਂ ਕਿਸੇ ਨੂੰ ਉਹ ਨਹੀਂ ਕਹਿੰਦਾ, ਪਰ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਇੱਕ ਤੋਂ ਵੱਧ ਕੇ ਇੱਕ ਅੱਗੇ ਹੋਣ ਦੀ ਕੋਸ਼ਿਸ਼ ਕੀਤੀ ਹੈ। ਕੋਸ਼ਿਸ਼ ਕਾਹਦੇ 'ਚ ਕੀਤੀ ਹੈ? ਵਿਕਾਸ 'ਚ ਨਹੀਂ, ਮੁੱਦਿਆਂ 'ਚ ਨਹੀਂ, ਜਿਹੜੇ ਪੱਖ ਦੇ ਮੁੱਦੇ ਨੇ ਪੰਜਾਬ ਦੇ ਉਹਨਾਂ ਤੇ ਨਹੀਂ, ਸਗੋਂ ਇਹ ਅੱਗੇ ਹੋਣ ਦੀ ਕੋਸ਼ਿਸ਼ ਇਸ ਤਰ੍ਹਾਂ ਕੀਤੀ ਹੈ ਕਿ ਕਿਸੇ ਨਾ ਕਿਸੇ ਸੈਕਸ਼ਨ ਨੂੰ ਅਸੀਂ ਤੁਹਾਨੂੰ ਇਹ ਮੁਫਤ ਦੇ ਦਿਆਂਗੇ, ਅਸੀਂ ਤੁਹਾਨੂੰ ਉਹ ਮੁਫਤ ਦੇ ਦਿਆਂਗੇ, ਅਸੀਂ ਤੁਹਾਨੂੰ ਇਹ ਸਹੂਲਤ ਦਿਆਂਗੇ, ਅਸੀਂ ਉਹ ਸਹੂਲਤ ਦਿਆਂਗੇ, ਅਸੀਂ ਬੱਚਿਆਂ ਨੂੰ ਬਾਹਰ ਜਾਣ ਲਈ ਫ੍ਰੀ ਲੋਨ ਦਿਆਂਗੇ ਵਗੈਰਾ ਵਗੈਰਾ। ਬਹੁਤ ਸਬਜ਼ ਬਾਗ ਵਿਖਾਏ। ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਤੁਹਾਡੇ ਲਈ, ਤੁਹਾਡੇ ਬੱਚਿਆਂ ਲਈ ਪੰਜਾਬ ਨੂੰ ਰਹਿਣ ਯੋਗ ਬਣਾਵਾਂਗੇ। ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਭਵਿੱਖ ਜਿਹੜਾ ਪੰਜਾਬ ਦਾ ਉਜਲਾ ਕਰਾਂਗੇ। ਕਿਸੇ ਨੇ ਇਹ ਨਹੀਂ ਕਿਹਾ ਕਿ ਪੰਜਾਬ ਦੇ ਜਿਹੜੇ ਵੀ ਇੰਨੀ 22 ਤੋਂ 25 ਲੱਖ ਦੇ ਕਰੀਬ ਯੂਥ ਅਨਐਮਪਲਾਇਡ ਹੈ, ਲੋਕ ਅਨਐਮਪਲਾਇਡ ਨੇ, ਉਹਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਾਂਗੇ। ਕਿਸੇ ਨੇ ਇਹ ਨਹੀਂ ਕਿਹਾ ਕਿ ਪੰਜਾਬ ਜਿਹੜਾ ਕਿ ਕਿਸੇ ਵੇਲੇ ਪ੍ਰਤੀ ਜੀ ਆਮਦਨ ਦੇ ਵਿੱਚ ਮੋਹਰੀ ਸੂਬਾ ਹੁੰਦਾ ਸੀ ਨੰਬਰ 1 ਤੇ, ਉਹ ਪਿਛਲੇ ਕੋਈ ਤਕਰੀਬਨ ਕਹਿ ਲਓ ਕਿ 25-26 ਸਾਲਾਂ ਤੋਂ ਥੱਲੇ ਜਾ ਰਿਹਾ, ਤੇ ਹੁਣ ਆਲਮ ਇਹ ਹੈ ਕਿ 19ਵੇਂ ਸਥਾਨ ਤੇ ਹੈ ਪ੍ਰਤੀ ਜੀ ਆਮਦਨ। ਔਰ ਨਾ ਹੀ ਕਿਸੇ ਨੇ ਇਹ ਕਿਹਾ ਕਿ ਪੰਜਾਬ ਜਿਹੜਾ 1992 ਤੋਂ, ਜਿਸ ਦੀ ਜਿਹੜੀ GSDP ਦੀ ਵਿਕਾਸ ਦਰ ਹੈ ਉਹ 1992 ਤੋਂ ਲਗਾਤਾਰ ਡੀਸਲਰੇਟ ਹੋ ਰਹੀ ਹੈ ਦੂਜੇ ਸੂਬਿਆਂ ਦੇ ਮੁਕਾਬਲੇ ਤੇ ਭਾਰਤ ਦੀ ਔਸਤ ਵਿਕਾਸ ਦਰ ਦੇ ਮੁਕਾਬਲੇ। ਭਾਰਤ ਦੀ ਔਸਤ ਵਿਕਾਸ ਦਰ ਤੋਂ ਹਮੇਸ਼ਾ ਹੀ 1992 ਤੋਂ ਬਾਅਦ ਇਹ ਥੱਲੇ ਰਹੀ ਹੈ। ਇੱਕ ਅੱਧਾ ਸਾਲ, ਦੋ ਸਾਲ ਕੋਈ ਇਹੋ ਜਿਹੇ ਹੋਣਗੇ ਜਦੋਂ ਥੋੜਾ ਬਹੁਤਾ ਸੁਧਾਰ ਆਇਆ ਹੋਵੇਗਾ, ਪਰ ਉਸ ਤੋਂ ਬਾਅਦ ਜਿਹੜਾ ਹੋਇਆ ਕਿ ਇਸ ਦੇ ਨਾਲ ਜਿਹੜੇ ਸਾਡੇ ਕੋਈ ਮੇਜਰ ਸਟੇਟਾਂ ਨੇ, 28 ਵਿੱਚੋਂ 19 ਮੇਜਰ ਸਟੇਟਸ ਨੇ, ਉਹਨਾਂ ਵਿੱਚ ਵੀ ਵਿਕਾਸ ਦਰ ਦੇ ਹਿਸਾਬ ਨਾਲ ਪੰਜਾਬ ਦਾ ਜਿਹੜਾ ਰੈਂਕ ਥੱਲਿਓਂ 17ਵਾਂ ਹੈ। ਹੁਣ ਤੁਸੀਂ ਇਹ ਲਾ ਲਓ ਕਿ ਜਦੋਂ ਤੁਸੀਂ ਤਕਰੀਬਨ 3 ਦਹਾਕਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਕਿ ਲਗਾਤਾਰ ਵਿਕਾਸ ਦਰ ਸਾਡੀ ਘਟ ਰਹੀ ਹੈ, ਸਾਡੇ ਕੋਲ ਇਨਵੈਸਟਮੈਂਟ ਜਿਹੜੀ ਹੈ ਉਹ ਜਿੰਨੀ ਆਉਣੀ ਚਾਹੀਦੀ ਉਹ ਨਹੀਂ ਆ ਰਹੀ। ਇੱਕ ਇਨਵੈਸਟਮੈਂਟ ਦਾ ਜਿਹੜਾ ਬੁਨਿਆਦੀ, ਜਿਹੜਾ ਆਰਥਿਕ ਵਿਕਾਸ ਦਾ ਬੁਨਿਆਦੀ ਧੁਰਾ ਹੁੰਦਾ ਹੈ, ਜਿਹਨੂੰ ਇਕੋਨੋਮਿਸਟ ਕਹਿੰਦੇ ਨੇ ਕਿ ਇਹ ਇਨਵੈਸਟਮੈਂਟ GDP ਰੇਸ਼ੋ ਕੀ ਹੈ। ਇਹਦਾ ਮਤਲਬ ਹੈ ਕਿ ਜਿਹੜਾ ਤੁਹਾਡੇ ਸਟੇਟ ਦੇ ਵਿੱਚ ਜਿੰਨੀ ਆਮਦਨ ਹੋ ਰਹੀ ਹੈ ਸਟੇਟ ਦੀ ਸਾਲਾਨਾ,
ਜਿਹਨੂੰ GSDP ਕਹਿੰਦੇ ਆ, ਉਹਦਾ ਕਿੰਨੇ % ਤੁਸੀਂ ਨਿਵੇਸ਼ ਕਰਦੇ ਹੋ? ਉਹ ਨਿਵੇਸ਼ ਜਿਹੜਾ ਉਹ ਵੀ ਪਿਛਲੇ ਤਕਰੀਬਨ 25-30 ਸਾਲਾਂ ਤੋਂ ਹਿੰਦੁਸਤਾਨ ਦੀ ਔਸਤ ਐਵਰੇਜ ਤੋਂ ਤੇ ਬਹੁਤ ਸਾਰੇ ਸੂਬਿਆਂ ਦੀ ਜਿਹੜਾ ਨਿਵੇਸ਼ ਦੀ ਦਰ ਹੈ ਉਹ ਤੋਂ ਘੱਟ ਹੈ। ਸੋ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਪੰਜਾਬ ਦਾ ਜਿਹੜਾ ਕ੍ਰੈਡਿਟ ਡਿਪੋਜ਼ਿਟ ਰੇਸ਼ੋ ਉਹ ਵੀ ਗੜਬੜਾ ਗਿਆ, ਕਿ ਸਾਡੇ ਕੋਲ ਜਿਹੜਾ ਕ੍ਰੈਡਿਟ ਆ ਰਿਹਾ ਤੇ ਡਿਪੋਜ਼ਿਟ ਹੋ ਰਿਹਾ, ਤੇ ਜਿਹੜਾ ਇੱਥੇ ਫਰਮਾਂ ਜਾਂ ਇੰਟਰਪ੍ਰੀਨਿਓਰ ਕ੍ਰੈਡਿਟ ਲੈਂਦੇ ਨੇ ਇਨਵੈਸਟਮੈਂਟ ਕਰਨ ਲਈ, ਉਹ ਵੀ ਉਸ ਦੇ ਮੁਕਾਬਲੇ ਘੱਟ ਹੋ ਰਿਹਾ, ਤੇ ਸਾਡੀ ਪੂੰਜੀ ਕਿਤੇ ਹੋਰ ਵੀ ਜਾ ਰਹੀ ਹੈ। ਇਹ ਗੱਲ ਪਿਛਲੇ ਸਾਲ ਜਿਹੜੀਆਂ ਕੋਈ 18-20 ਹਜ਼ਾਰ ਪਿਛਲੇ ਸਾਲਾਂ 'ਚ ਉਦਯੋਗਿਕ ਇਕਾਈਆਂ ਬੰਦ ਹੋਈਆਂ ਨੇ ਤੇ ਕੁਝ ਹੋਰ ਗੁਆਂਢੀ ਰਾਜਾਂ ਜਾਂ ਇਸ ਤੋਂ ਦੂਰ ਵੀ ਗਈਆਂ ਨੇ, ਉਹ ਇਸ ਗੱਲ ਦਾ ਸਬੂਤ ਨੇ। ਸੋ ਇਹਦਾ ਮਤਲਬ ਇਹ ਹੋਇਆ ਕਿ ਇੱਕ ਸਵਾਲ ਤੁਹਾਡੇ ਮੀਡੀਅਮ ਰਾਹੀਂ ਮੈਂ ਪੁੱਛਣਾ ਚਾਹੁੰਦਾ, ਮੈਂ ਹੋਰ ਵੀ ਮੀਡੀਅਮ ਰਾਹੀਂ ਪੁੱਛਦਾ ਰਹਿਣਾ, ਮੀਡੀਆ 'ਚ ਲੋਕ ਵੀ ਹੋਰ ਬਹੁਤ ਪੁੱਛਦੇ ਨੇ, ਮਾਹਿਰਾਂ ਨੇ ਵੀ ਇਸ ਤੇ ਪਹਿਲਾਂ ਬਹੁਤ ਲੇਖ ਲਿਖੇ ਕਿ ਭਾਈ ਇਹ ਜੋ ਇਲੈਕਸ਼ਨਾਂ ਲੜੀਆਂ ਜਾ ਰਹੀਆਂ ਨੇ 2022 ਦੀਆਂ, ਕੋਈ ਵੀ ਪੋਲੀਟੀਕਲ ਪਾਰਟੀ ਮੁੱਦਿਆਂ ਦੀ ਗੱਲ ਕਿਉਂ ਨਹੀਂ ਕਰਦੀ। ਸੋ ਇਹ ਸਾਰੇ ਕੁਛ ਦੇ ਆਲੇ ਦੁਆਲੇ ਇੱਕ ਤਾਣਾ ਬਾਣਾ ਬੁਣਿਆ ਜਾ ਰਿਹਾ ਕਿ ਜਿਵੇਂ ਪੰਜਾਬ ਨੂੰ ਵਿਕਾਸ ਦੀ ਲੋੜ ਨਹੀਂ ਹੈ, ਪੰਜਾਬ ਨੂੰ ਰੁਜ਼ਗਾਰ ਦੀ ਲੋੜ ਨਹੀਂ ਹੈ, ਪੰਜਾਬ ਨੂੰ ਮੁਫਤ ਖੋਰੇ ਬਣਾ ਦਿਓ, ਪੰਜਾਬ ਨੂੰ ਜਿਹੜਾ ਸੋਚ ਦੇ ਲੈਵਲ ਤੇ ਸਰੀਰਕ ਲੈਵਲ ਤੇ ਅਪੰਗ ਕਰ ਦਿਓ। ਮੈਂ ਇਹਨੂੰ ਅੰਗਰੇਜ਼ੀ 'ਚ ਕਹਾਂਗਾ ਇਨਕੈਪੈਸਿਟੇਟ ਕਰਨਾ, ਕਿ ਤੁਸੀਂ ਕੰਮ ਦੇ ਯੋਗ ਹੀ ਨਾ ਰਹਿਣ ਦਿਓ, ਉਹ ਸੋਚ ਨੂੰ ਹੀ ਤੁਸੀਂ ਖੁੰਡਾ ਕਰ ਦਿਓ। ਤੇ ਇਹ ਉਸ ਤਰ੍ਹਾਂ ਦੀ ਸੋਚ ਹੈ ਜਿਵੇਂ ਅੰਗਰੇਜ਼ਾਂ ਵੇਲੇ 1830 ਦੇ ਵਿੱਚ ਜਾਂ 38 'ਚ ਖਾਸ ਕਰਕੇ ਉਹਨਾਂ ਨੇ ਕਿਹਾ ਸੀ ਕਿ ਜੇ ਹਿੰਦੁਸਤਾਨ ਦਾ ਜਿਹੜਾ ਸਟਰਕਚਰ ਤੋੜਨਾ ਤੇ ਇੱਥੇ ਰਾਜ ਕਰਨਾ ਤਾਂ ਇਹਦਾ ਐਜੂਕੇਸ਼ਨ ਸਿਸਟਮ, ਥਾਟ ਪ੍ਰੋਸੈਸ ਡਿਸਟਰੋਏ ਕਰ ਦਿਓ। ਇਹ ਪੰਜਾਬ ਦਾ ਸ਼ਾਇਦ ਸਵੈਮਾਨ ਇਹ ਪਾਰਟੀਆਂ ਜਿਹੜੀਆਂ ਨੇ ਫ੍ਰੀ ਬੀਜ਼ ਦੇ ਕੇ ਡਿਸਟਰੋਏ ਕਰ ਰਹੀਆਂ ਨੇ। ਇਹਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਸ਼ੇਅਰ ਕਰਨੀ ਚਾਹਾਂਗਾ, ਜਿਹੜਾ ਕਾਮ ਜ਼ੁਬਾਨ ਤੇ ਆ ਲੋਕਾਂ ਦੀ, ਤੇ ਕਿ ਕਰਜ਼ਾ ਜਿਹੜਾ ਪੰਜਾਬ ਸਿਰ ਚੜਿਆ ਉਹ ਹਰ ਸਾਲ 12-15 ਹਜ਼ਾਰ, ਇਸ ਵਾਰੀ ਤਾਂ ਸ਼ਾਇਦ 20 ਹਜ਼ਾਰ ਕਰੋੜ ਹੀ ਵੱਧ ਜੇ। ਉਹ ਕਿਉਂ ਵੱਧ ਰਿਹਾ? ਉਹ ਇਸ ਲਈ ਵੱਧ ਰਿਹਾ ਕਿ ਪਿਛਲੇ ਤੁਸੀਂ 25 ਸਾਲਾਂ ਦਾ ਜਿਹੜਾ ਮੈਨੀਫੈਸਟੋ ਆ ਵੱਖ-ਵੱਖ ਪਾਰਟੀਆਂ ਦੇ, ਉਹ ਚੱਕ ਕੇ ਵੇਖ ਲਓ ਕਿ ਹਰ ਵਾਰੀ ਮੈਨੀਫੈਸਟੋ ਇਸ ਰੂਟ ਤੇ ਤਿੱਖਾ ਹੁੰਦਾ ਹੈ ਕਿ ਭਾਈ ਅਸੀਂ ਹੁਣ ਤੁਹਾਨੂੰ ਆਹ ਫ੍ਰੀ ਦੇ ਦਿਆਂਗੇ, ਅਸੀਂ ਤੁਹਾਨੂੰ ਆਹ ਸਹੂਲਤ ਦੇ ਦਿਆਂਗੇ। ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੰਦਾ ਕਿ ਵਿਕਾਸ ਕਿਵੇਂ ਕਰਨਾ ਹੈ, ਇਨਵੈਸਟਮੈਂਟ ਕਿਵੇਂ ਕਰਨੀ, ਰੁਜ਼ਗਾਰ ਕਿਵੇਂ ਪੈਦਾ ਕਰਨਾ। ਉਹ ਕਰਜ਼ਾ ਵੱਧਦਾ ਇਸ ਵੇਲੇ ਤੱਕ 2.82 ਲੱਖ ਕਰੋੜ ਹੋ ਗਿਆ, ਔਰ ਆ ਜਦੋਂ ਵਿੱਤੀ ਸਾਲ ਜਿਹੜਾ 21-22 ਜਿਹੜਾ ਚੱਲ ਰਿਹਾ ਹੈ, ਖਤਮ ਹੋਣਾ 31 ਮਾਰਚ ਨੂੰ, ਉਦੋਂ ਤੱਕ ਮੈਨੂੰ ਲੱਗਦਾ ਕਿ 3 ਲੱਖ ਕਰੋੜ ਹੋ ਜਾਣਾ। ਔਰ ਇਹ ਬਹੁਤ, ਔਰ ਇਸ ਤੇ ਅਸੀਂ ਜਿਹੜਾ ਸਾਡਾ ਰੈਵਨਿਊ ਕਿ 68,000 ਕਰੋੜ ਦਾ ਜਿਹੜਾ ਸਾਡਾ ਹੁਣ ਤੱਕ ਦਾ ਪ੍ਰੀ ਐਕਚੁਅਲ 21-22 ਦਾ ਰੈਵਨਿਊ ਹੋਣਾ ਉਹ 68,000 ਕਰੋੜ ਹੈ। ਨਾਲ ਇੱਕ ਹੋਰ ਤੁਹਾਨੂੰ ਕਮਾਲ ਦੀ ਗੱਲ ਸੀ ਕਿ ਬਜਟ 'ਚ ਤਾਂ ਵੱਡੇ ਦਾਅਵੇ ਕਰ ਲੈਂਦੇ ਨੇ ਕਿ ਅਸੀਂ 98,000 ਕਰੋੜ ਦਾ ਬਜਟ ਬਣਾ ਲਿਆ, ਤੇ ਤੁਹਾਡਾ ਰੈਵਨਿਊ ਜਿਹੜਾ ਉਹ ਆ ਰਿਹਾ 68,000 ਕਰੋੜ। ਇਹਦਾ ਮਤਲਬ ਹੈ ਕਿ ਤੁਸੀਂ ਤਕਰੀਬਨ 1/3 ਜਿਹੜਾ ਰੈਵਨਿਊ ਘੱਟ ਆ ਰਿਹਾ ਤੁਹਾਡਾ। ਸੋ ਉਹਦੇ ਬਾਰੇ ਚਿੰਤਾਤੁਰ ਹੋਣਾ ਚਾਹੀਦਾ ਹੈ, ਤੇ ਇਹ ਮਸਲੇ ਬਹੁਤ ਜਿਹੜੇ ਨੇ ਇਹ ਲੈਣ ਦੀ ਲੋੜ ਹੈ। ਜੀ ਪ੍ਰੋਫੈਸਰ ਸਾਹਿਬ, ਜਦੋਂ ਕਰਦੇ ਹੋ ਕਿ ਠੀਕ ਹੈ ਇਹਨਾਂ ਨੇ 68,000 ਤੋਂ 98,000 ਕਰੋੜ ਦਾ ਖਰਚਾ ਗਿਣਾ ਦਿੰਦੇ ਨੇ, ਜੇਬ 'ਚ 68,000 ਕਰੋੜ ਹੈ, 30,000 ਕਰੋੜ ਦਾ ਫਰਕ ਹੈ ਇੱਥੇ, ਤਾਂ ਇਹ ਰੈਵਨਿਊ ਘੱਟ ਕਿੱਥੋਂ ਆ ਰਿਹਾ ਹੈ? ਕਿਹੜੇ ਇਹੋ ਜਿਹੇ ਥਾਂ ਨੇ ਜਿੱਥੇ ਇਹ ਰੈਵਨਿਊ ਜਾ ਕਿੱਧਰ ਰਿਹਾ? ਇਹ ਵੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ। ਦੇਖੋ ਏਦਾਂ ਹੈ ਕਿ ਇਹ ਐਕਸਰਸਾਈਜ਼ ਕੁਝ ਲੋਕਾਂ ਨੇ ਕੀਤੀ ਹੈ, ਮੈਂ ਵੀ ਕੁਝ ਐਸਟੀਮੇਟ ਜਨਰੇਟ ਕੀਤੇ ਸੀਗੇ, ਜਿਹੜੇ ਕਿ ਇੱਕ ਤਾਂ ਸਾਡਾ ਜਿਹੜਾ ਟੈਕਸ ਦਰ ਹੈ, ਪ੍ਰਤੀ ਜੀ ਟੈਕਸ ਹੈ, ਉਹ ਬਾਕੀ ਸਟੇਟਾਂ ਤੋਂ ਘੱਟ ਹੈ। ਦੂਜਾ, ਸਾਡੇ ਜਿਹੜਾ ਔਨ ਟੈਕਸ ਰੈਵਨਿਊ ਹੈ ਉਹ 11-12 ਦੇ ਵਿੱਚ ਸਾਡੀ ਜਿਹੜੀ ਆਮਦਨ ਹੈ ਸਟੇਟ ਦੀ, ਉਹਦਾ 7% ਹੁੰਦਾ ਸੀ, ਹੋਰ 4.99% ਤੇ ਆ ਗਿਆ, ਮਤਲਬ 5% ਦੇ ਗੇੜ 'ਚ ਹੋ ਗਿਆ। ਇਹਦਾ ਮਤਲਬ 16,000 ਕਰੋੜ ਰੁਪਈਆ ਦਾ ਉੱਥੇ ਹੀ ਗੈਪ ਪੈ ਗਿਆ। 16,000 ਕਰੋੜ ਰੁਪਈਆ ਜੋ ਹੋਣਾ ਚਾਹੀਦਾ ਸੀ ਅੱਜ ਦੇ ਹਿਸਾਬ ਨਾਲ, ਅੱਜ ਦੀ ਆਮਦਨ ਦੇ ਹਿਸਾਬ ਨਾਲ ਸਰਕਾਰੀ ਖਜ਼ਾਨੇ 'ਚ ਆਉਣਾ ਚਾਹੀਦਾ ਸੀ, ਉਹ ਨਹੀਂ ਆਇਆ। ਉਹ ਕਿਧਰੇ ਨਾ ਕਿਧਰੇ ਹੋਰ ਚਲਾ ਗਿਆ, ਜਾਂ ਉਹਨੂੰ ਇਕੱਠਾ ਨਹੀਂ ਕੀਤਾ ਗਿਆ। ਜੇ ਇਕੱਠਾ ਨਹੀਂ ਕੀਤਾ ਗਿਆ ਤੇ ਜਿੱਥੋਂ ਉਹ ਆਉਣਾ ਸੀ ਉਹਨਾਂ ਦੀ ਜੇਬਾਂ 'ਚ ਗਿਆ। ਪਰ ਇਹ ਇਸ ਕਰਕੇ ਪੂਰੀ ਸੱਚ ਨਹੀਂ ਲੱਗਦਾ
ਕਿ ਕਿਉਂ ਟੈਕਸ ਮਸ਼ੀਨਰੀ, ਕਿਉਂ ਪੋਲੀਟੀਕਲ ਲੀਡਰਸ਼ਿਪ ਉਹਨਾਂ ਦੀਆਂ ਜੇਬਾਂ 'ਚ ਜਾਣ ਦੇਗੀ, ਜਾਂ ਫਿਰ ਪੋਲੀਟੀਕਲ ਲੀਡਰਸ਼ਿਪ ਹੀ ਟੈਕਸ ਅਵੇਡ ਕਰ ਰਹੀ ਹੈ, ਜਾਂ ਉਹਨਾਂ ਨੂੰ ਪੈਟਰੋਨਾਈਜ਼ ਕਰ ਰਹੀ ਹੈ, ਜਾਂ ਬਿਊਰੋਕ੍ਰੇਸੀ ਨਾਲ ਰਲ ਰਹੀ ਹੈ, ਕਿਤੇ ਨਾ ਕਿਤੇ ਮਸ਼ੀਨਰੀ ਨਾਲ ਰਲ ਰਹੀ ਹੈ। ਤੇ ਕਈ ਵਾਰੀ ਤੇ ਕੁਝ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਜਿੰਨਾ ਟੈਕਸ ਘੱਟ ਹੋ ਰਿਹਾ ਉਹਦੇ 3 ਹਿੱਸੇ ਹੁੰਦੇ ਨੇ। ਇੱਕ ਹਿੱਸਾ ਟੈਕਸ ਦੇਣ ਵਾਲਿਆਂ ਦੇ ਕੋਲ ਰਹਿ ਜਾਂਦਾ, ਇੱਕ ਹਿੱਸਾ ਟੈਕਸ ਮਸ਼ੀਨਰੀ ਕੋਲੇ, ਤੇ ਇੱਕ ਹਿੱਸਾ ਟੈਕਸ ਜਿਹੜੀ ਪੋਲੀਟੀਕਲ ਲੀਡਰਸ਼ਿਪ ਇਹਨਾਂ ਕੋਲੇ ਆ ਜਾਂਦਾ। ਇਹ ਇੱਕ ਬਾਕੀ ਇਹਦਾ ਹਾਰਡ ਫੈਕਟ ਹੈ ਨਾ ਕਿ ਸਾਡਾ ਜਿਹੜਾ 2011-12 ਦੇ ਮੁਕਾਬਲੇ GSDP ਦੀ ਪਰਸੈਂਟੇਜ ਸੀ ਔਨ ਟੈਕਸ ਰੈਵਨਿਊ, ਉਹ ਹੁਣ 2% ਘਟ ਗਿਆ, ਪਰਸੈਂਟੇਜ ਪੁਆਇੰਟ। ਤੇ ਜਦੋਂ ਤੁਸੀਂ GSDP ਨਾਲ ਦੇਖੋ 16-17 ਹਜ਼ਾਰ ਕਰੋੜ ਬਣਦਾ, ਇੱਕ ਹਿੱਸਾ ਇਹ ਹੈ। ਦੂਜਾ, ਬਹੁਤ ਸਾਰਾ ਨੌਨ ਟੈਕਸ ਰੈਵਨਿਊ ਵੀ ਸਟੇਟ ਦਾ ਘਟਿਆ ਹੈ, ਤੇ ਕੁਝ ਇਹੋ ਜਿਹੇ ਏਰੀਆਜ਼ ਨੇ ਜਿੱਥੋਂ ਸਟੇਟ ਨੂੰ ਹੋਰ ਸਟੇਟ ਐਕਸਚੇਕਰ 'ਚ ਆਮਦਨ ਹੋਰ ਆ ਸਕਦੀ ਹੈ, ਜਿਹਦੇ ਵਿੱਚ ਮੁੱਖ GST ਹੈ। GST 'ਚ ਜਿਹੜਾ ਘਪਲਾ ਹੋ ਰਿਹਾ, ਉਹ ਐਕਸਾਈਜ਼ ਦੇ ਵਿੱਚ ਘਪਲਾ ਹੋ ਰਿਹਾ, ਸੈਂਡ ਤੇ ਕੰਕਰੀਟ ਜਿਹੜਾ ਜਿਹਨੂੰ ਰੇਤ ਤੇ ਬਜਰੀ ਮਾਫੀਆ ਕਹਿੰਦੇ ਨੇ ਉਹ, ਤੇ ਇਸ ਤੋਂ ਬਾਅਦ ਲੈਂਡ ਮਾਫੀਆ ਹੈ, ਇਸ ਤੋਂ ਬਾਅਦ ਸਟੈਂਪ ਡਿਊਟੀ ਹੈ ਜਿਹੜੀ ਘੱਟ ਆਉਂਦੀ ਹੈ ਸਟੇਟ 'ਚ, ਇਸ ਤਰ੍ਹਾਂ ਹੀ ਕੇਬਲ ਤੇ ਟਰਾਂਸਪੋਰਟ ਹੈ, ਇਸ ਤਰ੍ਹਾਂ ਕੁਝ ਜਿਹੜੀਆਂ ਸੋਸ਼ਲ ਸਕੀਮਾਂ ਵੈਲਫੇਅਰ ਉਹਨਾਂ 'ਚ ਫਿਲਪਰਿਵ ਹੈ। ਪ੍ਰੋਫੈਸ਼ਨਲ ਟੈਕਸ ਬਹੁਤ ਘੱਟ ਆ ਰਿਹਾ, ਨਾ ਦੇ ਬਰਾਬਰ ਹੀ ਆ ਰਿਹਾ। ਇਸ ਤਰ੍ਹਾਂ ਬਹੁਤ ਏਰੀਆਜ਼ ਨੇ ਜਿੱਥੇ ਕੋਈ ਨਵਾਂ ਟੈਕਸ ਲਾਉਣ ਦੀ ਲੋੜ ਨਹੀਂ ਹੈ, ਸਿਰਫ ਤੁਸੀਂ ਆਪਣਾ ਜਿਹੜਾ ਟੈਕਸ ਸਿਸਟਮ ਹੈ ਉਹਦੀ ਕਲੈਕਸ਼ਨ ਠੀਕ ਕਰ ਲਓ ਤੇ ਤੁਹਾਨੂੰ ਕੋਈ 27-28 ਹਜ਼ਾਰ ਕਰੋੜ ਰੁਪਈਆ ਹੋਰ ਸਾਲ ਦਾ ਆ ਸਕਦਾ ਹੈ ਸਰਕਾਰੀ ਖਜ਼ਾਨੇ। ਤੇ ਜੇ ਤੁਸੀਂ ਟੈਕਸ ਸਿਸਟਮ ਹੀ ਰੈਸ਼ਨਲਾਈਜ਼ ਕਰ ਲਓ ਤਾਂ ਉਹ 37-38 ਹਜ਼ਾਰ ਕਰੋੜ ਰੁਪਈਆ ਬਣ ਜਾਂਦਾ ਹੈ। ਤੁਸੀਂ ਇਮੈਜਿਨ ਕਰੋ ਕਿ ਤੁਹਾਡੇ ਕੋਲੇ ਇਸ ਵੇਲੇ ਜਿਹੜਾ 68 ਹਜ਼ਾਰ ਕਰੋੜ ਇਸ ਸਾਲ ਇਕੱਠਾ ਹੋਣਾ, ਜਾਂ ਹੋ ਸਕਦਾ 70-75 ਵੀ ਹੋ ਜੇ, ਉਹਦੇ ਵਿੱਚ ਤੁਸੀਂ 25-30 ਹਜ਼ਾਰ ਕਰੋੜ ਹੋਰ ਐਡ ਕਰ ਲਓ, ਜਾਂ ਤੁਹਾਡਾ ਜਿਹੜਾ ਬਜਟ ਐਸਟੀਮੇਟ 98 ਹਜ਼ਾਰ ਦਾ, ਉਹਦੇ 25-30 ਹਜ਼ਾਰ ਕਰੋੜ ਰੁਪਈਆ ਹੋਰ ਐਡ ਕਰ ਲਓ, ਤੇ ਤੁਹਾਨੂੰ ਬਹੁਤ ਚੀਜ਼ਾਂ ਦਾ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਆ ਉਹ ਤੋਂ ਬਚ ਜਾਓਗੇ। ਤੁਸੀਂ ਕਰਜ਼ਾ ਮੋੜਨ ਦਾ ਰੋਡ ਮੈਪ ਤਿਆਰ ਕਰ ਸਕਦੇ ਹੋ। ਹੁਣ ਜਿਹੜਾ ਤੁਸੀਂ ਕਰਜ਼ਾ ਲੈ ਕੇ ਸਰਕਾਰ ਦਾ ਕੰਮ ਚਲਾ ਰਹੇ ਹੋ, ਕਰਜ਼ਾ ਲੈ ਕੇ ਫ੍ਰੀ ਬੀਜ ਦੇ ਰਹੇ ਹੋ, ਕਰਜ਼ਾ ਲੈ ਕੇ ਸਬਸਿਡੀਜ਼ ਦੇ ਰਹੇ ਹੋ, ਕਰਜ਼ਾ ਲੈ ਕੇ ਤਨਖਾਹਾਂ ਦੇ ਰਹੇ ਹੋ, ਔਰ ਵੇਜ਼ ਐਂਡ ਮੀਨਸ, ਇਹ ਓਵਰਡਰਾਫਟਿੰਗ ਤੋਂ ਵੀ ਗਾਂ ਦੀ ਗੱਲ ਹੈ ਕਿ ਵੇਜ਼ ਐਂਡ ਮੀਨਸ ਨੂੰ ਦਾ ਰੂਟ ਅਪਣਾ ਕੇ ਤੁਸੀਂ ਆਪਣਾ ਗੁਜ਼ਾਰਾ ਕਰ ਰਹੇ ਹੋ। ਤਾਂ ਇਹ ਜਿਹੜਾ ਸਰਕਾਰ ਦਾ ਗੁਜ਼ਾਰਾ, ਇਹ ਲੋੜ ਹੀ ਨਹੀਂ ਪਏਗੀ ਇਹਨਾਂ ਚੀਜ਼ਾਂ ਦੀ। ਤੇ ਅਸੀਂ ਹਰ ਸਾਲ ਕੁਝ ਨਾ ਕੁਝ ਪ੍ਰਿੰਸੀਪਲ ਜਿਹੜਾ ਉਹ ਵਾਪਸ ਕਰਨ ਦੀ ਸੋਚ ਸਕਦੇ ਹਾਂ। ਤੇ ਜਿਹੜਾ ਇਸ ਵੇਲੇ ਸਾਡਾ ਕਰਜ਼ੇ ਤੇ ਟੈਕਸ ਜਾ ਰਿਹਾ, ਮਤਲਬ ਇੰਟਰਸਟ ਜਾ ਰਿਹਾ, ਉਹ 20-22% ਹੈ ਸਾਡੇ ਰੈਵਨਿਊ ਦਾ, ਉਹ ਤੋਂ ਵੀ ਬਚਾਅ ਹੋ ਸਕਦਾ ਹੈ। ਤੇ ਅਸੀਂ ਪੰਜਾਬ ਦਾ ਜਿਹੜਾ ਹਰ ਨਾਗਰਿਕ ਹੈ, ਜਿਹੜਾ ਕਿ ਇਸ ਵੇਲੇ ਸਰਕਾਰੀ ਵੱਧ ਇੰਤਜ਼ਾਮੀ ਕਰਕੇ, ਜਾਂ ਸਰਕਾਰੀ ਵਿੱਤੀ ਵੱਧ ਇੰਤਜ਼ਾਮੀ ਕਰਕੇ, ਜਾਂ ਗਵਰਨੈਂਸ ਦੀ ਫੇਲਰ ਕਰਕੇ, ਇਸ ਵੇਲੇ ਜਿਹੜਾ ਪੰਜਾਬ ਦਾ ਹਰ ਬਸ਼ਿੰਦਾ ਜਿਹੜਾ ਉਹ ਤਕਰੀਬਨ 95,000 ਪ੍ਰਤੀ ਜੀ ਕਰਜ਼ਾਈ ਹੈ, ਉਸ ਕਰਕੇ ਉਹ ਤੋਂ ਬਚ ਸਕਦੇ ਹਾਂ। ਔਰ ਦੂਜਾ, ਅਸੀਂ ਸਰਕਾਰੀ ਨਿਵੇਸ਼ ਵੀ ਕਰ ਸਕਦੇ, ਜਿਹਨੂੰ ਪਬਲਿਕ ਇਨਵੈਸਟਮੈਂਟ ਕਹਿੰਦੇ ਆ, ਉਹ ਕਰ ਸਕਦੇ ਹਾਂ। ਤੀਜਾ, ਅਸੀਂ ਆਪਣੇ ਜਿਹੜੀ ਇੰਪਲੋਇਮੈਂਟ ਜਿਹੜੀ ਅਸੀਂ ਬੇਸਿਕ ਪੇ ਦੇ ਰਹੇ ਹਾਂ ਉਹਨਾਂ ਨੂੰ ਠੀਕ ਕਰ ਸਕਦੇ ਹਾਂ। ਆਪਣੀਆਂ ਯੂਨੀਵਰਸਿਟੀਆਂ, ਕਾਲਜ, ਸਕੂਲ ਤੇ ਹਸਪਤਾਲ, ਜਿਹਨਾਂ ਨੂੰ ਸਿਹਤ ਤੇ ਸਿੱਖਿਆ ਸੇਵਾਵਾਂ ਜਿਹੜੀਆਂ ਬੁਨਿਆਦੀ ਆ ਵਿਕਾਸ ਵਾਸਤੇ, ਉਹਨਾਂ ਨੂੰ ਠੀਕ ਕਰ ਸਕਦੇ ਹਾਂ। ਤੁਸੀਂ ਦੇਖੋ ਕਿ ਪੰਜਾਬ ਕੋਲੇ 2-3 ਚੀਜ਼ਾਂ ਨੇ ਜਿਨ੍ਹਾਂ ਨੂੰ ਤੇ ਪੰਜਾਬ ਨੇ ਵਿਕਾਸ ਕੀਤਾ, ਤੇ ਜਿਨ੍ਹਾਂ ਕਰਕੇ ਜਿਹੜੀਆਂ ਚੀਜ਼ਾਂ ਹੁਣ ਨਾ ਹੋਣ ਕਰਕੇ ਪੰਜਾਬ ਜਿਹੜਾ ਵਿਕਾਸ ਤੋਂ ਵਿਨਾਸ਼ ਵੱਲ ਜਾ ਰਿਹਾ। ਉਹ ਇਹ ਹੈ ਕਿ ਪੰਜਾਬ ਦੀਆਂ ਸਟਰੈਂਥ ਕੀ ਨੇ। ਇੱਕ, ਕਿ ਪੰਜਾਬ ਦੇ ਕੋਲ ਜਿਹੜਾ ਜ਼ਰਖੇਜ਼ ਜ਼ਮੀਨ ਹੈ, ਜਿਹਨੂੰ ਐਗਰੀਕਲਚਰ ਖੇਤੀ ਹੈ। ਦੂਜਾ, ਜਿਹੜਾ ਧਰਤੀ ਹੇਠਲਾ ਪਾਣੀ ਹੈ। ਤੀਜਾ, ਵਾਤਾਵਰਨ ਤੇ ਨਾਲ ਮਨੁੱਖੀ ਸਰੋਤ। ਜੋ ਕੁਝ ਵੀ ਪੰਜਾਬ ਦਾ ਵਿਕਾਸ ਹੋਇਆ ਉਹ ਮਨੁੱਖੀ ਸਰੋਤਾਂ ਦੀ ਕੈਪੇਬਿਲਿਟੀ ਕਰਕੇ ਹੋਇਆ। ਹੁਣ ਕੀ ਹੈ ਕਿ ਤਿੰਨਾਂ ਚ ਜਿਹੜਾ ਇੱਕ ਨਿਰਾਸ਼ਾਮਈ ਚਿੰਨ੍ਹ ਜਿਹਾ ਹੈਗਾ, ਸਾਡਾ ਯੂਥ ਜਿਹੜਾ ਉਹ ਲੱਖਾਂ ਦੇ ਹਿਸਾਬ ਨਾਲ ਬਾਹਰ ਜਾਈ ਜਾ ਰਿਹਾ, ਤੇ ਅਸੀਂ ਉਹਨੂੰ ਹੋਰ ਬਾਹਰ ਭੇਜਣਾ ਚਾਹੁੰਦੇ ਹਾਂ। ਧਰਤੀ ਜਿਹੜੀ ਸਾਡੀ ਹੈ ਉਹ ਬਾਂਝ ਹੋਈ ਜਾ ਰਹੀ ਹੈ ਕਿ ਅਸੀਂ ਹੋਰ ਖਾਦਾਂ ਪਾ ਕੇ, ਹੋਰ ਕੀਟਨਾਸ਼ਕ, ਉਹਦੀ ਜਿਹੜੀ ਪ੍ਰੋਡਕਟਿਵਿਟੀ ਮੇਨਟੇਨ ਕਰ ਰਹੇ ਹਾਂ, ਤੇ ਪਾਣੀ ਸਾਡਾ ਜਿਹੜਾ ਉਹ ਥੱਲੇ ਜਾ ਰਿਹਾ, ਵਾਤਾਵਰਨ ਸਾਡਾ ਖਰਾਬ ਹੋ ਰਿਹਾ। ਤੇ ਪਾਣੀ ਥੱਲੇ ਚਲਾ ਗਿਆ ਤੇ ਇੱਕ ਸਟੇਜ ਤੇ ਆਣ ਕੇ ਹੋਰ ਥੱਲੇ ਕੱਢਣੇ ਔਖਾ ਹੋ ਜਾਣਾ, ਸਾਡਾ ਇਕਨੋਮਿਕਲੀ ਵਾਇਬਲ ਨਹੀਂ ਰਿਹਾ।
ਕਿ ਆਰਥਿਕ ਤੌਰ ਤੇ ਉਹ ਸੰਭਵ ਨਹੀਂ ਹੋਣਾ। ਜੇ ਹੋਇਆ ਵੀ ਤੇ ਉਹ ਤੇ ਬਹੁਤ ਲਾਗਤ ਆਏਗੀ ਤੇ ਬਹੁਤ ਸਾਰਾ ਖੇਤੀ ਦਾ ਕੰਮ ਜਿਹੜਾ ਉਹ ਰੁਕ ਜਾਣਾ ਹੈ। ਕਈ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ 25-30 ਸਾਲਾਂ ਚ ਕਿਤੇ ਰੇਗਿਸਤਾਨ ਹੀ ਨਾ ਪੰਜਾਬ ਬਣ ਜਾਵੇ। ਜਰਾ ਉਹ ਸੋਚੋ ਕਿ ਆਪਾਂ ਕਰ ਕਿਸ ਨੂੰ ਜਾਣਾ, ਨਾ ਅਸੀਂ ਕ੍ਰਾਪ ਡਾਇਵਰਸਿਫਿਕੇਸ਼ਨ ਦੀ ਕੋਈ ਗੱਲ ਕਰ ਰਹੇ ਹਾਂ। ਸੋ ਇਹ ਸਾਰਾ ਸਿਲਸਿਲਾ ਐਸਾ ਤਾਣਾ ਬਾਣਾ ਮੁੜ ਕੇ ਕਿ ਇਹਦੇ ਚ ਮੈਨੂੰ ਲੱਗਦਾ ਕਿ ਜਿਵੇਂ ਇੱਕ ਸਿਆਸੀ ਇੱਛਾ ਸ਼ਕਤੀ ਜਿਹੜੀ ਗੁਆਚ ਹੀ ਗਈ ਹੋਵੇ ਤੇ ਸਿਆਸੀ ਪਾਰਟੀਆਂ ਨੇ ਇਹ ਫੈਸਲਾ ਕਰ ਲਿਆ ਕਿ ਕੋਈ ਗੱਲ ਨਹੀਂ, ਆਪਣਾ 4 ਸਾਲ 4.5 ਸਾਲ ਮੌਜਾਂ ਕਰੋ ਤੇ ਉਸ ਤੋਂ ਬਾਅਦ ਅਖੀਰ ਤੇ 4-6 ਮਹੀਨਿਆਂ ਚ ਰਿਆਇਤਾਂ ਦੇ ਦਿਓ, ਸਬਜ਼ ਬਾਗ ਵਹਾ ਦਿਓ, ਕੁਛ ਪੂਰੇ ਕਰ ਦਿਓ, ਕੁਛ ਨਾ ਕਰਿਓ, ਜੇ ਲੋੜ ਹੋਈ ਹੋਰ ਕਰਜ਼ਾ ਲੈ ਕੇ ਕੰਮ ਚਲਾ ਲਾਂਗੇ। ਤੇ ਇੱਕ ਸਟੇਜ ਇਹੋ ਜਿਹੀ ਆਣੀ ਕਰਜ਼ੇ ਦੀ ਵੀ ਲਿਮਟ ਆ ਜਾਣੀ ਹੈ ਤੇ ਉਹ ਵੀ ਨਹੀਂ ਹੋਣਾ। ਸੋ ਇਸ ਕਰਕੇ ਮੇਰੀ ਤੁਹਾਡੇ ਮਾਧਿਅਮ ਰਾਹੀਂ ਵੀ ਇਹ ਹੈਗੀ ਹੈ ਕਿ ਆਉਣ ਵਾਲੀ ਸਰਕਾਰ ਜਿਹੜੀ ਆ ਉਹ ਕੋਈ ਏਜੰਡਾ ਤਿਆਰ ਕਰੇ। ਤੇ ਮੈਂ ਆਪਣਾ ਜਿਹੜਾ ਇਹ ਪਹਿਲਾ ਲੇਖ ਲਿਖਿਆ ਇਸ ਤੇ ਉਹਦੇ ਵਿੱਚ ਮੈਂ ਕੋਈ 12-13 ਨੁਕਤੇ ਵੀ ਪੇਸ਼ ਕੀਤੇ ਆ। ਜੇ ਕਹੋ ਤਾਂ ਤੁਹਾਡੇ ਮਾਧਿਅਮ ਰਾਹੀਂ ਮੈਂ ਉਹ ਬਰੀਫਲੀ ਦੱਸ ਵੀ ਦੇਣਾ। ਬਿਲਕੁਲ ਬਿਲਕੁਲ, ਤੁਸੀਂ ਦੱਸ ਸਕਦੇ ਹੋ। ਤੁਸੀਂ ਜੋ ਤੁਹਾਡੇ ਕੋਲ ਜਿੰਨੀ ਜਾਣਕਾਰੀ ਹੈ ਤਾਂ ਕਿ ਪਤਾ ਲੱਗ ਸਕੇ ਲੋਕਾਂ ਨੂੰ ਕਿ ਵਿਕਾਸ ਕਿੱਦਾਂ ਤੇ ਇਹ ਵਿਨਾਸ਼ ਕਿੱਦਾਂ ਕਰਦੇ ਨੇ। ਅਸਲ ਦੇ ਵਿੱਚ ਜਿਹੜਾ ਮੈਂ ਤੁਹਾਡੇ ਨਾਲ ਸੁਖਵਿੰਦਰ ਜੀ ਪਹਿਲਾਂ ਗੱਲ ਕੀਤੀ ਹੈ ਨਾ, ਉਹ ਕਾਰਨ ਤਾਂ ਉਹੀ ਹੈ ਕਿ ਅਸੀਂ ਵਿਕਾਸ ਓਰੀਐਂਟੇਸ਼ਨ ਤੋਂ ਗੈਰ ਵਿਕਾਸ ਓਰੀਐਂਟੇਸ਼ਨ ਵੱਲ ਜਾ ਰਹੇ ਹਾਂ। ਕਿ ਜਿਹੜਾ ਵਿਕਾਸ, ਖਾਸ ਕਰਕੇ ਜਦੋਂ ਸਾਡਾ ਇਹ ਮਿਲੀਟੈਂਸੀ ਦਾ ਫੇਜ਼ ਆਇਆ 1980s ਦੇ ਵਿੱਚ, ਉਸ ਤੋਂ ਬਾਅਦ ਲਾਅ ਐਂਡ ਆਰਡਰ ਭਾਰੀ ਹੋ ਗਿਆ, ਗਵਰਨੈਂਸ ਜਿਹੜੀ ਆ ਉਹ ਥੱਲੇ ਚਲ ਗਈ, ਔਰ ਨਾਲ ਹੀ ਜਿਹੜਾ ਉਹ ਤੁਹਾਡਾ ਵਿਕਾਸ ਤੋਂ ਅਸੀਂ ਜਿਹੜਾ ਸਾਡਾ ਕਿਸੇ ਵੇਲੇ 73% ਡਿਵੈਲਪਮੈਂਟ ਤੇ ਅਸੀਂ ਆਪਣਾ ਬਜਟ ਖਰਚ ਕਰਦੇ ਸੀ, ਉਹ ਹੁਣ 50% ਰਹਿ ਗਿਆ। ਸੋ ਇੱਥੋਂ ਹੀ ਤੁਸੀਂ ਹਿਸਾਬ ਲਾ ਲਓ ਕਿ ਜਦੋਂ ਵਿਕਾਸ ਤੇ ਬਜਟ ਰੈਵਨਿਊ ਖਰਚਾ ਹੀ ਨਹੀਂ ਹੋ ਰਿਹਾ, ਨਵੀਂ ਇਨਵੈਸਟਮੈਂਟ ਆ ਰਹੀ, ਪ੍ਰਾਈਵੇਟ ਇਨਵੈਸਟਮੈਂਟ ਵੀ ਹਿਚਕਿਚਾਉਂਦੀ ਹੈ ਇੱਥੇ ਆਉਣ ਤੋਂ, ਕਿਉਂਕਿ ਬਹੁਤ ਸਾਰਾ ਪਰਸੈਪਸ਼ਨ ਠੀਕ ਜਾਂ ਗਲਤ ਪੰਜਾਬ ਬਾਰੇ ਬਣ ਗਿਆ ਕਿ ਇੱਥੇ ਇਨਵੈਸਟਮੈਂਟ ਜਿਹੜੀ ਆ ਸੇਫ ਨਹੀਂ ਹੈ। ਸੋ ਇਹ ਇੱਕ ਪਰਸੈਪਸ਼ਨ ਤੋੜਨ ਦੀ ਗੱਲ ਹੈ। ਪਹਿਲੀ ਗੱਲ, ਸਭ ਤੋਂ ਪਹਿਲੀ ਗੱਲ ਮੈਂ ਇਹ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹਾਂਗਾ ਕਿ ਨਵੀਂ ਸਰਕਾਰ ਨੂੰ ਇਹ ਮੰਥਨ ਕਰਨਾ ਚਾਹੀਦਾ ਪਹਿਲੇ ਹਫ਼ਤੇ ਹੀ ਕਿ ਸਰਕਾਰ ਨੂੰ ਵਿਕਾਸ ਮੁਖੀ ਕਿਵੇਂ ਬਣਾਇਆ ਜਾਵੇ। ਇਹ ਇੱਕ ਸਵਾਲ ਹੈ। ਦੂਜਾ ਜਿਹੜਾ ਹੈ ਕਿ ਪੂੰਜੀ ਨਿਵੇਸ਼ ਜਿਹੜਾ ਉਹ ਕਿਵੇਂ ਵਧਾਇਆ ਜਾਵੇ, ਖੇਤੀ 'ਚ ਕਿਵੇਂ ਵਧਾਇਆ ਜਾਵੇ, ਉਦਯੋਗ 'ਚ ਕਿਵੇਂ ਵਧਾਇਆ ਜਾਵੇ, ਔਰ ਨਾਲ ਹੀ ਜਿਹੜਾ ਛੋਟੇ ਤੇ ਲਘੂ ਉਦਯੋਗ। ਇੱਥੇ ਬਹੁਤ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਲੁਧਿਆਣੇ 2-3 ਸਾਲ ਪਹਿਲਾਂ ਇੱਕ ਫੀਲਡ ਵਰਕ ਵੀ ਕੀਤਾ ਸੀਗਾ, ਕੋਈ 28 ਜਥੇਬੰਦੀਆਂ ਨੂੰ ਮਿਲੇ ਸੀਗੇ। ਉਹਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਛੋਟੇ ਤੇ ਲਘੂ ਉਦਯੋਗ ਜਿਹੜੇ ਆ ਨਾ, ਉਹਨਾਂ ਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਨੇ ਜਿਹੜੀਆਂ ਕਿ ਹੱਲ ਕਰਨ ਨਾਲ ਉਹ ਇੱਕ ਸਕਿੱਲ ਮਿਸਮੈਚ ਵੀ ਹੈ, ਫਾਈਨੈਂਸ਼ੀਅਲ ਕੰਸਟ੍ਰੇਂਟਸ ਵੀ ਹੈ, ਜੋ ਹੱਲ ਕਰ ਲਈਏ ਤਾਂ ਉਹਦੇ ਨਾਲ ਕਾਫੀ ਵਿਕਾਸ ਦਰ ਹੋ ਸਕਦੀ ਹੈ। ਔਰ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਇੰਪੋਰਟੈਂਟ ਹੈ ਕਿ ਅਸੀਂ ਕਹਿੰਦੇ ਵੱਡੇ ਉਦਯੋਗ, ਉਹ ਉਦਯੋਗ ਜਿਹੜੇ ਨੇ ਉਹ 14.65 ਲੱਖ ਨੇ ਪੰਜਾਬ 'ਚ, ਔਰ 14.56 ਉਹਨਾਂ ਚੋਂ ਤੇ 29-30% ਉਹ ਇੰਪਲੋਇਮੈਂਟ ਜਨਰੇਟ ਕਰ ਰਹੇ ਨੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਉਹਨਾਂ ਤੇ ਖਾਸ ਧਿਆਨ ਦੇਣ ਦੀ ਜਿਹੜੀ ਲੋੜ ਹੈ ਨਵੀਂ ਸਰਕਾਰ ਨੂੰ। ਤੀਜਾ ਜਿਹੜਾ ਹੈ ਕਿ ਖੇਤੀ ਜਿਹੜੀ ਹੈ ਇਹਦੇ ਚੋਂ ਵਾਹੀਕਾਰ ਤੇ ਮਜ਼ਦੂਰ ਬਾਹਰ ਧੱਕ ਰਹੀ ਹੈ ਖੇਤੀ, ਕਿਉਂਕਿ ਖੇਤੀ ਕਰ ਲਈ ਹੁਣ ਸਮਰੱਥਾ ਮੈਕਨਾਈਜੇਸ਼ਨ ਹੋ ਗਿਆ, ਕੰਮ ਘਟ ਗਿਆ। ਜੇ 8 ਘੰਟੇ ਦੀ ਦਿਹਾੜੀ ਲਈਏ ਤੇ ਕੰਮ ਤਾਂ ਮਿਲਦਾ ਨਹੀਂ ਪੂਰਾ ਸਾਲ। ਸੋ ਉਸ ਦਾ ਹੱਲ ਲੱਭਣ ਲਈ ਵੀ ਪਿੰਡਾਂ ਦੇ ਵਿੱਚ, ਪੇਂਡੂ ਖੇਤਰ 'ਚ ਜਾਂ ਸਬਰਬ ਦੇ ਵਿੱਚ ਤੁਹਾਨੂੰ ਖੇਤੀ ਆਧਾਰਿਤ ਸਨਅਤਾਂ ਜਿਹੜੀਆਂ ਉਹ ਲਾਉਣੀਆਂ ਪੈਣਗੀਆਂ। ਤੇ ਖੇਤੀ 'ਚੋਂ ਜਿਹੜੀ ਤੁਹਾਡੀ ਵਰਕ ਫੋਰਸ ਹੈ ਉਹ ਬਾਹਰ ਧੱਕੀ ਜਾ ਰਹੀ ਵਿਚਾਰੀ, ਉਹਨੂੰ ਕਿਤੇ ਨਾ ਕਿਤੇ ਖੇਤੀ ਦੇ ਨਾਲ ਨਾਲ ਇਹਨਾਂ 'ਚ ਐਡਜਸਟ ਕਰਨਾ ਪਏਗਾ, ਰੀਸਕਿਲਿੰਗ ਵੀ ਕਰਨੀ ਪਏਗੀ, ਕਿਉਂਕਿ ਉਹਨਾਂ ਦਾ ਸਕਿੱਲ ਜਿਹੜਾ ਹੈ, ਹੁਨਰ ਹੈ, ਉਸ ਕਿਸਮ ਦਾ ਨਹੀਂ ਹੈ। ਸੋ ਉਹਨਾਂ ਦੀ ਓਰੀਐਂਟੇਸ਼ਨ ਵੀ ਬਦਲਣੀ ਪਏਗੀ, ਰੀਸਕਿਲਿੰਗ। ਇਸ ਤੋਂ ਇਲਾਵਾ ਜਿਹੜਾ ਹੈ ਕਿ ਸਰਕਾਰੀ ਖਜ਼ਾਨੇ, ਜਿਵੇਂ ਤੁਸੀਂ ਪਹਿਲਾਂ ਬਹੁਤ ਇੰਪੋਰਟੈਂਟ ਗੱਲ ਕੀਤੀ ਸੀ ਕਿ ਉਹ ਪੈਸਾ ਜਾ ਕਿੱਥੇ ਰਿਹਾ। ਉਹ ਪੈਸਾ ਤੁਹਾਨੂੰ ਮੈਂ ਪਹਿਲਾਂ ਦੱਸਿਆ, ਉਹ ਕੋਈ 25-30 ਹਜ਼ਾਰ ਕਰੋੜ ਰੁਪਈਆ ਜਿਹੜਾ ਉਹਨੂੰ ਵਾਪਸ ਸਰਕਾਰੀ ਖਜ਼ਾਨੇ 'ਚ ਕਿਵੇਂ ਲਿਆਂਦਾ ਜਾਵੇ। ਤੇ ਨਾਲ ਹੀ ਕਿਉਂਕਿ ਇਹਦੇ ਉਹ ਬਹੁਤ ਇੰਪੋਰਟੈਂਟ ਹੈ ਕਿ ਸਰਕਾਰ ਦਾ ਕਰਜ਼ੇ ਦਾ ਬੋਝ ਕਿਵੇਂ ਘੱਟ ਕੀਤਾ ਜਾਵੇ ਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਿਵੇਂ ਕੀਤੇ ਜਾਣ, ਭਾਵੇਂ ਖੇਤੀ 'ਚ ਹੋਰ ਮੌਕੇ, ਖੇਤੀ ਨਾਲ ਸੰਬੰਧਿਤ ਜਿਹੜੀਆਂ ਐਕਟੀਵਿਟੀਜ਼ ਨੇ, ਸਹਾਇਕ ਧੰਦੇ, ਉਹਨਾਂ 'ਚ
ਭਾਵੇਂ ਖੇਤੀ ਦੀਆਂ ਜਿਹੜਾ ਪ੍ਰੋਡਕਟ ਹੈ ਉਹਨੂੰ ਪ੍ਰੋਸੈਸਿੰਗ ਕਰਕੇ ਕੋਆਪਰੇਟਿਵਸ ਬਣਾ ਕੇ ਉਹਨਾਂ 'ਚ ਨਵੇਂ ਰੁਜ਼ਗਾਰ ਮੌਕੇ ਪੈਦਾ ਕਿਵੇਂ ਕੀਤੇ ਜਾਣ ਤੇ ਗੈਰ ਖੇਤੀ ਖੇਤਰ ਕਿਵੇਂ ਡਿਵੈਲਪ ਕੀਤਾ ਜਾਵੇ। ਇਹਦੇ ਨਾਲ ਹੀ ਮੈਂ ਤੁਹਾਨੂੰ ਹੋਰ ਇੱਕ ਦੋ ਗੱਲਾਂ ਦੱਸ ਕੇ ਫਿਰ ਤੁਸੀਂ ਹੋਰ ਜੇ ਕੋਈ ਇਸ਼ੂ ਹੈ ਤਾਂ ਆਪਾਂ ਗੱਲ ਕਰ ਲਵਾਂਗੇ ਕਿ ਸਿੱਖਿਆ ਤੇ ਸਿਹਤ ਵਰਗੀਆਂ ਜਿਹੜੀਆਂ ਬੁਨਿਆਦੀ ਸਹੂਲਤਾਂ ਹੈ ਇਹਨਾਂ ਨੂੰ ਅੱਖੋਂ ਪਰੋਖੇ ਨਾ ਕੀਤਾ ਜਾਵੇ ਤੇ ਨਾ ਹੀ ਇਹਨਾਂ ਨੂੰ ਕੇਵਲ ਤੇ ਕੇਵਲ ਨਿੱਜੀ ਖੇਤਰ ਤੇ ਛੱਡਿਆ ਜਾਵੇ, ਕਿਉਂਕਿ ਨਿੱਜੀ ਖੇਤਰ ਜਿਹੜਾ ਉਹਦਾ ਇੱਕੋ ਇੱਕ ਮੋਟਿਵ ਪ੍ਰੋਫਿਟ ਕਮਾਉਣਾ ਹੈ, ਭਾਵੇਂ ਸਕੂਲ ਹੈ, ਭਾਵੇਂ ਕਾਲਜ ਹੈ, ਭਾਵੇਂ ਯੂਨੀਵਰਸਿਟੀ ਹੈ, ਭਾਵੇਂ ਮੈਡੀਕਲ ਕਾਲਜ। ਅੱਜ ਤੁਹਾਡੇ ਯੂਕਰੇਨ 'ਚ ਕਿਉਂ ਤੁਹਾਡੇ ਸਟੂਡੈਂਟ ਜਾ ਰਹੇ ਨੇ? ਦੇਖੋ ਤੁਹਾਡੇ 50 ਲੱਖ ਤੁਸੀਂ ਫੀਸ ਕਰ ਦਿੱਤੀ ਹੈ ਤੇ ਇਹ ਅੱਜ 600% ਹੈ ਤੁਹਾਡੀ ਪਰ ਕੈਪੀਟਾ ਇਨਕਮ ਦੀ, ਜਦੋਂ ਕਿ ਮਾਹਿਰ ਕਹਿੰਦੇ ਨੇ ਕਿ 30-40% ਤੋਂ ਜ਼ਿਆਦਾ ਪਰ ਕੈਪੀਟਾ ਇਨਕਮ ਤੋਂ ਜ਼ਿਆਦਾ ਫੀਸਾਂ ਨਹੀਂ ਹੋਣੀ ਚਾਹੀਦੀ। ਸੋ ਇਹ ਜਿਹੜੀਆਂ ਫੀਸਾਂ ਨੇ 50 ਲੱਖ ਦੀ ਬਜਾਏ ਉੱਥੇ 15-20-25-30 ਲੱਖ 'ਚ ਸਾਰਾ ਕੋਰਸ ਕਰਕੇ ਆ ਜਾਂਦੇ ਤੇ 50 ਲੱਖ ਲੱਗਦਾ ਕੋਰਸ ਕਰਨ ਲਈ। ਤੇ ਇਹ ਅੱਜ ਜਿਹੜੇ ਹਜ਼ਾਰਾਂ ਸਾਡੇ ਵਿਦਿਆਰਥੀ ਉੱਥੇ ਧੱਕੇ ਖਾ ਰਹੇ ਨੇ, ਪੇਰੈਂਟਸ ਵਿਚਾਰੇ ਰਾਤਾਂ ਦਿਨ ਉਹਨਾਂ ਨੂੰ ਫਿਕਰ 'ਚ ਲੱਗੇ ਹੋਏ ਨੇ, ਨੀਂਦ ਨਹੀਂ ਆਉਂਦੀ, ਉਹ ਤੇ ਉੱਥੇ ਉਹ ਤਸੀਹੇ ਚੱਲ ਰਹੇ ਨੇ, ਅਣਮਨੁੱਖੀ ਜਿਹੜਾ ਮਾਹੌਲ ਉੱਥੇ ਰਹਿ ਰਹੇ ਨੇ, ਉਹ ਇਸ ਕਰਕੇ ਹੈ ਕਿ ਤੁਹਾਡੀਆਂ ਨੀਤੀਆਂ ਜਿਹੜੀਆਂ ਉਹ ਠੀਕ ਨਹੀਂ ਹਨ। ਤੁਸੀਂ ਪ੍ਰਾਈਵੇਟ ਸੈਕਟਰ ਨੂੰ ਇੰਨਾ ਸਿਰ ਤੇ ਚੱਕ ਲਿਆ ਕਿ ਉਹਨੇ ਸਾਰਾ ਕੁਝ ਜਿਹੜਾ ਜਿਵੇਂ ਸਾਰੇ ਜਿਹੜੀ ਹਰ ਬਿਮਾਰੀ ਦਾ ਇਲਾਜ ਪ੍ਰਾਈਵੇਟ ਸੈਕਟਰ, ਠੀਕ ਹੈ ਪ੍ਰਾਈਵੇਟ ਸੈਕਟਰ ਤੋਂ ਬਿਨਾਂ ਵੀ ਨਹੀਂ ਚੱਲਦਾ, ਪਰ ਪ੍ਰਾਈਵੇਟ ਸੈਕਟਰ ਨੂੰ ਰੈਗੂਲੇਟ ਕਰਨਾ ਤੇ ਨਾਲ ਹੀ ਜੇ ਇੰਨੀਆਂ ਵੱਡੀਆਂ ਫੀਸਾਂ ਤੁਸੀਂ ਉਹਨਾਂ ਨੂੰ ਅਲਾਓ ਕਰ ਦਿੱਤੀਆਂ, ਉਹਦਾ ਆਧਾਰ ਕੀ ਹੈ? ਉਹਦਾ ਲੌਜੀਕਲ ਆਧਾਰ ਕੀ ਹੈ? ਤਰਕ ਕੀ ਹੈ ਉਹਦਾ? ਇਹ ਵੀ ਮੈਨੂੰ ਲੱਗਦਾ ਕਿ ਖਿਆਲ ਕਰਨ ਦੀ ਲੋੜ ਹੈ। ਇਸ ਤਰ੍ਹਾਂ ਜਿਹੜਾ ਸਾਡਾ ਨੌਜਵਾਨ ਵਿਦੇਸ਼ਾਂ ਨੂੰ ਪ੍ਰਵਾਸ ਕਰਿਆ, ਉਹਨੂੰ ਕਿਵੇਂ ਜੇ ਇੱਥੇ ਰੱਖਣਾ, ਕਿਵੇਂ ਪੰਜਾਬ ਨੂੰ ਰਹਿਣ ਯੋਗ ਬਣਾਉਣਾ ਔਰ ਕਿਵੇਂ ਉਹਦੇ ਇੱਥੇ ਰੁਜ਼ਗਾਰ ਦੇਣਾ, ਜਾਂ ਉਹਨੂੰ ਜੇ ਬਾਹਰ ਵੀ ਉਹਨੇ ਜਾਣਾ ਤਾਂ ਕਿਸ ਤਰ੍ਹਾਂ ਇੱਕ ਸਭਿਕ ਤਰੀਕੇ ਨਾਲ ਉਹ ਜਿਹੜਾ ਮੈਨ ਪਾਵਰ ਪਲਾਨਿੰਗ ਕਰਕੇ ਭੇਜਿਆ ਜਾਵੇ। ਇਹ ਕਿਉਂਕਿ ਮਾਈਗ੍ਰੇਸ਼ਨ ਤੁਸੀਂ ਰੋਕ ਤਾਂ ਸਕਦੇ ਨੇ, ਮਾਈਗ੍ਰੇਸ਼ਨ ਇੱਕ ਡਿਵੈਲਪਮੈਂਟ ਦਾ ਡਾਇਨਾਮਿਜ਼ਮ ਹੈ। ਬਿਲਕੁਲ ਇਹਦੇ ਨਾਲ ਹੀ ਜਿਹੜੀ ਖੇਤੀ 'ਚ ਫਸਲੀ ਵੰਨ-ਸੁਵੰਨਤਾ ਹੈ ਉਹ ਇਸ ਵੇਲੇ ਬਹੁਤ ਲੋੜ ਹੈ ਤੇ ਉਹਦੇ ਨਾਲ ਫਸਲੀ ਵੰਨ-ਸੁਵੰਨਤਾ ਦੇ ਵਾਸਤੇ ਜਿਹੜੀਆਂ ਇਕੱਲਾ ਪੰਜਾਬ ਸਰਕਾਰ ਨਹੀਂ, ਕੇਂਦਰ ਸਰਕਾਰ ਨੂੰ ਵੀ ਇਹਦੇ ਵਿੱਚ ਹੈਂਡ ਹੋਲਡਿੰਗ ਕਰਨੀ ਪਏਗੀ, ਕਿਉਂਕਿ ਜਿਹੜੀ ਫਸਲੀ ਸਾਡਾ ਵੰਨ-ਸੁਵੰਨਤਾ ਤਬਾਹ ਹੋਈ ਹੈ ਗ੍ਰੀਨ ਰੈਵੋਲੂਸ਼ਨ ਦੇ ਕਾਰਨ, ਉਹ ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਦੇਸ਼ ਦੀ ਫੂਡ ਦੀ ਜਿਹੜੀ ਲੋੜ ਸੀ ਉਹਨਾਂ ਕਰਕੇ ਹੋਈ ਹੈ। ਤੇ ਹੁਣ ਕੇਂਦਰ ਸਰਕਾਰ ਨੂੰ ਵੀ ਇਸ ਵਿੱਚ ਆਪਣਾ ਯੋਗਦਾਨ ਪਾਉਣਾ ਪਏਗਾ। ਤੇ ਨਾਲ ਹੀ ਮੈਂ ਇੱਕ ਹੋਰ ਵੀ ਕਹਾਂਗਾ ਕਿ ਨਵੀਂ ਸਰਕਾਰ ਕੀ ਆਲੇ ਦੁਆਲੇ ਜਿਹੜੇ ਗੁਆਂਢੀ ਸੂਬੇ ਨੇ ਉਹਨਾਂ ਨੇ ਵੀ ਇੱਕ ਹੋਰ ਚੀਜ਼ ਤੇ ਫੋਕਸ ਕਰਨ ਦੀ ਲੋੜ ਹੈ ਕਿ ਸਾਡਾ ਜਿਹੜਾ ਵਾਘਾ ਬਾਰਡਰ ਹੈ, ਸੈਨੀਵਾਲ ਵਾਘਾ ਬਾਰਡਰ ਨਾਲ ਟ੍ਰੇਡ ਜਿਹੜਾ ਥੋੜਾ ਬਹੁਤ ਉਹਨੂੰ ਹੋਰ ਵਧਾਇਆ ਜਾਵੇ, ਖੁੱਲਿਆ ਜਾਵੇ, ਸੈਨੀ ਵਾਲਾ ਬਾਰਡਰ ਜਿਹੜਾ ਉਹ ਹੋਵੇ ਤਾਂ ਕਿ ਗੁਆਂਢੀ ਸੂਬੇ ਵੀ ਇੱਥੋਂ ਟ੍ਰੇਡ ਕਰ ਸਕਣ ਤੇ ਅਸੀਂ ਪਾਕਿਸਤਾਨ ਨਾਲ ਹੀ ਨਹੀਂ, ਅਫਗਾਨਿਸਤਾਨ, ਮਿਡਲ ਈਸਟ ਤੱਕ ਆਪਣਾ ਵਪਾਰ ਜਿਹੜਾ ਉਹ ਕਰ ਸਕੀਏ। ਤੇ ਇਹ ਪੰਜਾਬ ਦੇ ਵਾਸਤੇ ਬਹੁਤ ਜ਼ਰੂਰੀ ਹੈ। ਮਾਫੀਆ ਰਾਜ ਜਿਹੜਾ ਉਹ ਵੀ ਖਤਮ ਕਰਨ ਦੀ ਲੋੜ ਹੈ। ਨਸ਼ਿਆਂ ਦੀ ਬੜੀ ਸੀਰੀਅਸ ਪ੍ਰੋਬਲਮ ਹੈ, ਉਹ ਚੈੱਕ ਕਰਨ ਦੀ ਲੋੜ ਹੈ। ਉਹਦੀ ਸਪਲਾਈ ਲਾਈਨ ਵੀ ਤੋੜਨ ਦੀ ਲੋੜ ਹੈ, ਡਿਮਾਂਡ ਸਾਈਡ ਵੀ ਜਿਹੜਾ ਉਹ ਐਡਰੈਸ ਕਰਨ ਦੀ ਲੋੜ ਹੈ। ਤੇ ਇਹ ਸਾਰਾ ਕੁਝ ਜਿਹੜਾ ਇਸ ਗੱਲ ਤੇ ਮੁੱਕਦਾ ਕਿ ਨਰੋਆ ਸਮਾਜ ਤੇ ਸੱਭਿਆਚਾਰ ਕਿਵੇਂ ਸਿਰਜਿਆ ਜਾਵੇ। ਇਹ ਭਾਵੇਂ ਜਿਹੜੇ ਮੈਂ ਨੁਕਤੇ ਦੱਸੇ ਨੇ ਅੰਤਮ ਨਹੀਂ ਆ, ਇਹਨਾਂ 'ਚ ਹੋਰ ਵੀ ਐਡ ਹੋ ਸਕਦੇ, ਪਰ ਜੇ ਇੱਕ ਨੁਕਤਾ ਹੀ ਕਹਿਣਾ ਹੋਵੇ ਤਾਂ ਉਹ ਹੈ ਕਿ ਪੰਜਾਬ ਨੂੰ ਜਿਹੜਾ ਮੁੜ ਸੁਰਜੀਤ ਕਿਵੇਂ ਕੀਤਾ ਜਾਵੇ ਤੇ ਰਹਿਣ ਯੋਗ ਕਿਵੇਂ ਬਣਾਇਆ ਜਾਵੇ। ਕਿਉਂਕਿ ਅੱਜ ਨਾ ਤਾਂ ਸਾਡਾ ਨੌਜਵਾਨ ਇੱਥੇ ਰਹਿਣਾ ਚਾਹੁੰਦਾ, ਨਾ ਉਹਨਾਂ ਦੇ ਮਾਪੇ ਉਹਨਾਂ ਨੂੰ ਇੱਥੇ ਰੱਖਣਾ ਚਾਹੁੰਦੇ ਨੇ। ਇਹ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਪੰਜਾਬ ਦਾ, ਇਹ ਐਡਰੈਸ ਕਰਨ ਦੀ ਲੋੜ ਹੈ। ਤੇ ਮੈਂ ਉਮੀਦ ਕਰਦਾ ਕਿ ਨਵੀਂ ਸਰਕਾਰ ਜਿਹੜੀ ਹੈ ਉਹ ਫੈਸਲਾ ਕਰਕੇ ਪਹਿਲਾਂ ਹੀ ਚੱਲੇ ਕਿ ਇਸ ਕਿਵੇਂ ਮੂਵ ਕਰਨਾ ਹੈ। ਕਿ ਪਲੈਨਿੰਗ ਬੋਰਡ ਦੇ ਰਾਹੀਂ ਸਾਰਾ ਉਹਨੂੰ ਨੋਡਲ ਪੁਆਇੰਟ ਬਣਾ ਕੇ, ਤੁਹਾਡੇ ਕੋਲ ਤਾਂ ਪ੍ਰੋਪਰ ਡੇਟਾ ਵੀ ਨਹੀਂ ਹੈ ਪਾਲਿਸੀ ਲੈਵਲ ਦਾ, ਕਿ ਖੇਤੀ ਨੀਤੀ ਨਹੀਂ ਹੈ, ਪਾਣੀ ਨੀਤੀ ਨਹੀਂ ਹੈ, ਉਦਯੋਗਿਕ ਨੀਤੀ ਵੀ ਬੜੀ ਪਾਰਸ਼ਲ ਜੀ ਹੈ। ਸੋ ਇਹ ਨੀਤੀਆਂ ਦੇ ਵਾਸਤੇ ਬਣਾਉਣ ਲਈ ਪਹਿਲੇ 4-6 ਮਹੀਨਿਆਂ 'ਚ ਹੀ ਸਾਨੂੰ ਇੱਕ ਬਹੁਤ ਵਾਰ ਫੁਟਿੰਗ ਤੇ ਡੇਟਾ ਤੇ ਇਨਫੋਰਮੇਸ਼ਨ ਕਲੈਕਟ ਕਰਕੇ ਉਸ ਦੇ ਬੇਸਿਸ ਤੇ ਕੋਈ ਢੁਕਵੀਆਂ ਨੀਤੀਆਂ ਬਣਾਉਣ ਦੀ ਲੋੜ ਹੈ ਤਾਂ ਕਿ ਸਾਰੇ ਇਸ਼ੂ ਜਿਹੜੇ ਆ ਉਹ ਐਡਰੈਸ ਹੋ ਸਕਣ ਤੇ ਪੰਜਾਬ ਮੁੜ ਸੁਰਜੀਤ ਹੋ ਕੇ ਮੁੜ ਆਪਣਾ ਪਹਿਲਾਂ ਵਾਲਾ ਮੁਕਾਮ ਹਾਸਲ ਕਰੇ ਤੇ ਵਿਕਾਸ ਦੀ ਦਰ ਵਿੱਚ ਹੀ ਹੋਵੇ ਤੇ ਪਰ ਕੈਪੀਟਾ ਇਨਕਮ ਵੀ ਉੱਚੀ ਹੋਵੇ ਤੇ ਲੋਕਾਂ ਦਾ ਰਹਿਣ ਸਹਿਣ ਦਾ ਪੱਧਰ ਵੀ ਜਿਹੜਾ ਉਹ ਉੱਚਾ ਹੋਵੇ। ਜੀ ਬਿਲਕੁਲ। ਮੇਰਾ ਆਖਰੀ ਸਵਾਲ ਪ੍ਰੋਫੈਸਰ ਸਾਹਿਬ, ਇਹ ਸਾਰੀ ਚਰਚਾ ਤੋਂ ਏਦਾਂ ਲੱਗਦਾ ਹੈ ਕਿ ਲੋਕਾਂ ਨੂੰ ਸ਼ਾਇਦ ਜਿਹੜੇ ਸਿਆਸਤਦਾਨ ਨੇ
ਉਹ ਇਹੀ ਗਿਣਾਉਂਦੇ ਨੇ ਕਿ ਵਿਕਾਸ ਸਿਰਫ ਇਹ ਆ ਕਿ ਗਲੀਆਂ ਨਾਲੀਆਂ ਪੱਕੀਆਂ ਕਰਤੀਆਂ, ਛੱਪੜਾਂ ਨੂੰ ਪੱਕਿਆ ਕਰਤਾ, ਸਾਫ਼ ਸਫਾਈ ਕਰਾਤੀ, ਇਹੋ ਜਿਹਾ ਕੁਝ ਕਰਤਾ, ਜਾਂ ਤੁਹਾਡੇ ਭੋਗਾ ਵਿਆਹਾਂ ਦੇ ਵਿੱਚ ਸ਼ਾਮਲ ਹੋ ਗਏ, ਇਹ ਅਸੀਂ ਤੁਹਾਡੇ ਲਈ ਕਰਦੇ ਹਾਂ। ਸਿਆਸਤਦਾਨ ਇਹ ਕਹਿੰਦੇ ਨੇ। ਪਰ ਇਹਦੇ ਵਿੱਚ ਇੱਕ ਗੱਲ ਆਉਂਦੀ ਕਿ ਕੱਚੀ ਤੇ ਪੱਕੀ ਸਰਕਾਰ ਦੀ। ਜਿਵੇਂ ਕਿਹਾ ਜਾਂਦਾ ਕਿ ਅਫਸਰਸ਼ਾਹੀ ਜਿਹੜੀ ਆ ਉਹ ਪੱਕੀ ਸਰਕਾਰ ਆ, ਅੱਗੋਂ ਜਿਹਦੀ ਮਰਜ਼ੀ ਬਣੇ, 5 ਸਾਲਾਂ ਬਾਅਦ ਲੋਕ ਜਿਹਨੂੰ ਮਰਜ਼ੀ ਚੁਣਨ, ਪਰ ਕਰਨਾ ਸਾਰਾ ਕੰਮ ਅਫਸਰਸ਼ਾਹੀ ਨੇ ਹੁੰਦਾ। ਤੇ ਜਦੋਂ ਇਹ ਕਰਜ਼ਾ ਚੜ੍ਹਦਾ, ਜਦੋਂ ਪੰਜਾਬ ਦੇ ਵਿੱਚ ਤੁਸੀਂ ਕਿਹਾ ਕਿ ਪਲਾਨਿੰਗ ਬੋਰਡ ਹੋਣਾ ਚਾਹੀਦਾ, ਸਰਕਾਰਾਂ ਇਹਨਾਂ ਨੂੰ ਸੁਣਦੀਆਂ ਨਹੀਂ, ਜਾਂ ਫਿਰ ਇਹ ਵੀ ਨਾਲ ਮਿਲ ਕੇ ਹੀ ਕੰਮ ਕਰਦੇ ਨੇ ਕਿ ਚੱਲੀ ਜਾਣ ਦੋ, ਆਪੋ ਆਪਣੀਆਂ ਜੇਬਾਂ ਭਰੋ, ਪੰਜਾਬ ਦਾ ਜਿਹੜਾ ਬਣਨਾ ਉਹ ਬਣ ਕੇ ਰਹਿਣਾ। ਦੇਖੋ, ਤੁਸੀਂ ਕਿੰਨੇ ਸਵਾਲ ਖੜੇ ਕੀਤੇ ਨੇ ਇਹਦੇ ਵਿੱਚ। ਇਹ ਉਸ ਤਰ੍ਹਾਂ ਦਾ ਸਵਾਲ ਹੈ ਕਿ ਮੁਰਗੀ ਪਹਿਲਾਂ ਕਿ ਅੰਡਾ ਪਹਿਲਾਂ, ਕਿ ਅਫਸਰਸ਼ਾਹੀ ਗੜਬੜ ਕਰ ਰਹੀ ਹੈ ਕਿ ਪੋਲੀਟੀਕਲ ਲੀਡਰਸ਼ਿਪ ਗੜਬੜ ਕਰ ਰਹੀ ਹੈ। ਜਿੰਨਾ ਕਿ ਮੈਂ ਅਫਸਰਸ਼ਾਹੀ ਨੂੰ ਨੇੜਿਓਂ ਹੋ ਕੇ ਵੇਖਿਆ, ਬਹੁਤ ਸਾਰੀ ਅਫਸਰਸ਼ਾਹੀ ਤਾਂ ਸਟੇਟਸ ਕੋ 'ਚ ਯਕੀਨ ਰੱਖਦੀ ਹੈ ਕਿ ਕੋਈ ਨਵੀਆਂ ਇਨੋਵੇਸ਼ਨਸ ਨਾ ਕੀਤੀਆਂ ਜਾਣ, ਆਪਣਾ ਵਕਤ ਟਪਾਇਆ ਜਾਵੇ। ਇੱਕ ਹਿੱਸਾ ਉਹ ਹੈ। ਦੂਜਾ ਹਿੱਸਾ ਇਹ ਹੈ ਕਿ ਉਹ ਪਾਸਟ ਜਿਹੜੇ ਕੋਈ ਅਫਸਰਾਂ ਨੇ ਸਟੈਂਡ ਵੀ ਲਿਆ ਹੋਏਗਾ, ਉਹਨਾਂ ਦੀ ਜੋ ਹਾਲਤ ਹੋਈ ਹੈ ਉਹਨੂੰ ਧਿਆਨ 'ਚ ਰੱਖਦੇ ਹੋਏ ਉਹ ਸੋਚ ਰਹੇ ਨੇ ਕਿ ਆਪਾਂ ਕੀ ਲੈਣਾ ਹੈ, ਜੇ ਜਾਂ ਤਾਂ ਨਿਊਟਰਲ ਹੋ ਜਾਓ ਤੇ ਜਾਂ ਫਿਰ ਇਹਨਾਂ ਦੇ ਨਾਲ ਰਲ ਕੇ ਇਹਨਾਂ ਦੇ ਜੈਸਟਮੈਨ ਬਣੋ ਤੇ ਉਹ ਆਪਣਾ ਵੀ ਜਿਹੜਾ ਉਹ ਪੈਸਾ ਕਮਾਓ। ਇਹ ਵੀ ਇੱਕ ਹਿੱਸਾ ਹੈ ਜਿਹੜਾ। ਸੋ ਇਸ ਕਰਕੇ ਮੈਂ ਫਿਰ ਵੀ ਇਹ ਸਮਝਦਾ ਕਿ ਜੇ ਪੋਲੀਟੀਕਲ ਲੀਡਰਸ਼ਿਪ ਅੱਜ ਇਹ ਫੈਸਲਾ ਕਰ ਲਵੇ, ਨਵੀਂ ਸਰਕਾਰ, ਕਿ ਅਸੀਂ 5 ਸਾਲ ਕਰਪਸ਼ਨ ਨਹੀਂ ਕਰਨੀ, ਅਸੀਂ 5 ਸਾਲ ਵਿਕਾਸ ਕਰਨਾ ਹੈ, ਅਸੀਂ 5 ਸਾਲ ਜਿਹੜਾ ਸੰਗਤ ਦਰਸ਼ਨ ਤੇ ਪੈਸਾ ਨਹੀਂ ਰੋੜਨਾ, ਅਸੀਂ ਇੱਕ ਪੈਸਾ ਜਿਹੜਾ ਸਰਕਾਰੀ ਖਜ਼ਾਨੇ 'ਚ ਆ ਸਕਦਾ ਉਹਨੂੰ ਸਰਕਾਰੀ ਖਜ਼ਾਨੇ 'ਚ ਲਿਆਣਾ, ਤੇ ਅਫਸਰਸ਼ਾਹੀ ਨੂੰ ਇੱਕ ਕਲੀਅਰ ਮੈਸੇਜ ਦੇ ਦੇਣ ਕਿ ਤੁਸੀਂ ਭਾਈ ਇਹ ਕੰਮ ਕਰੋ, ਤੇ ਇਹ ਕੰਮ ਹੋ ਜਾਏਗਾ। ਅਜੇ ਵੀ ਮੈਂ ਸੋਚਦਾ ਕਿ ਬਹੁਤ ਸਾਰੇ ਅਫਸਰ ਜਿਹੜੇ ਪੰਜਾਬ 'ਚ ਹੈ ਉਹ ਠੀਕ ਕੰਮ ਕਰਨ ਦੀ ਇੱਛਾ ਵੀ ਰੱਖਦੇ ਨੇ, ਤੇ ਹੁਣ ਅਫਸਰਸ਼ਾਹੀ ਨੂੰ ਵੀ ਨਜ਼ਰ ਆਉਣ ਲੱਗ ਗਿਆ ਕਿ ਜੇ ਪੰਜਾਬ ਲਿਵੇਬਲ ਨਾ ਰਿਹਾ ਤਾਂ ਉਹਨਾਂ ਲਈ ਵੀ ਖਤਰੇ ਦੀ ਘੰਟੀ ਹੈ। ਮੈਂ ਸਮਝਦਾ ਕਿ ਇੱਕ ਹਿੱਸਾ ਸ਼ਾਇਦ ਪੋਲੀਟੀਕਲ ਲੀਡਰਸ਼ਿਪ ਦਾ ਵੀ ਇਹ ਸੋਚਦਾ ਹੋਵੇ। ਅੱਛੀ ਗੱਲ ਹੈ ਜੇ ਸੋਚੇ ਕਿ ਭਾਈ ਜੇ ਪੰਜਾਬ ਦਾ ਇਦਾਂ ਹੀ ਹਾਲਾਤ ਰਿਹਾ, ਬਿਜ਼ਨਸ ਐਜ਼ ਯੂਜੂਅਲ ਰਹੇ, ਤਾਂ ਉਹਨਾਂ ਦੀ ਜਿਹੜੀ ਸਿਆਸੀ ਸਰਵਾਈਵਲ ਹੈ, ਪੋਲੀਟੀਕਲ ਸਰਵਾਈਵਲ, ਜੇ ਸਿਆਸੀ ਹੋਂਦ ਹੈ, ਉਹ ਵੀ ਖਤਰੇ 'ਚ ਪੈ ਸਕਦੀ। ਤੁਸੀਂ ਦੇਖਿਆ ਹੋਣਾ ਕਿ ਇਸ ਵਾਰੀ ਇਲੈਕਸ਼ਨ ਦੇ ਵਿੱਚ ਕਿੰਨਾ ਬੱਜਵਰਡ ਸੀਗਾ ਕਿ ਬਦਲਾਅ ਬਦਲਾਅ ਬਦਲਾਅ। ਜੇ ਅਗਲੀ ਸਰਕਾਰ ਵੀ ਕੁਝ ਨਹੀਂ ਕਹੇਗੀ ਤਾਂ ਫਿਰ ਲੋਕ ਜਾਂ ਤਾਂ ਨਿਰਾਸ਼ ਹੋਣਗੇ, ਹਤਾਸ਼ ਹੋਣਗੇ, ਔਰ ਨਿਰਾਸ਼ ਹਤਾਸ਼ ਲੋਕ ਕੁਝ ਵੀ ਕਰ ਸਕਦੇ ਨੇ, ਜਿਸ ਨਾਲ ਤੁਹਾਡੀ ਆਰਥਿਕ, ਰਾਜਨੀਤਿਕ, ਸੱਭਿਆਚਾਰਕ, ਸਮਾਜਿਕ ਜਿਹੜੀ ਆ ਅਸਤਿਤਵ ਹੈ ਉਹਨੂੰ ਖਤਰਾ ਪੈਦਾ ਹੋ ਸਕਦਾ, ਉਹ ਜਿਹੜੀ ਸ਼ਾਂਤੀ ਹੈ ਉਹ ਭੰਗ ਹੋ ਸਕਦੀ ਹੈ। ਤੇ ਪੰਜਾਬ ਵਰਗੀ ਜਿਹੜੀ ਬਾਰਡਰ ਸਟੇਟ ਹੈ ਉੱਥੇ ਇਹ ਸਭ ਕੁਝ ਹੋਣਾ ਠੀਕ ਨਹੀਂ ਹੋਏਗਾ, ਨਾ ਪੰਜਾਬ ਲਈ ਨਾ ਕੰਟਰੀ ਲਈ। ਤੁਸੀਂ ਗੱਲ ਕੀਤੀ ਹੈ ਗਲੀਆਂ ਨਾਲਿਆਂ ਦੀ। ਮੈਂ ਕਈ ਵਾਰ ਦੇਖਦਾ, ਮੈਂ ਵੀ ਪਿੰਡ ਜਾਂਦਾ ਰਹਿਣਾ, ਤੁਸੀਂ ਵੀ ਜਾਂਦੇ ਰਹਿੰਦੇ ਹੋਵੋਗੇ, ਹੋਰ ਵੀ ਦੋਸਤਾਂ ਨੂੰ ਪਤਾ ਹੈ ਕਿ ਪਿਛਲੇ 70 ਸਾਲਾਂ ਤੇ ਖਾਸ ਕਰ 66 ਤੋਂ ਜਦੋਂ ਰੀਆਰਗੇਨਾਈਜ਼ ਹੋਇਆ ਪੰਜਾਬ, ਤੇ ਉਸ ਤੋਂ ਵੀ ਬਾਅਦ ਕਦੀ ਆਪਾਂ ਲੇਖਾ ਜੋਖਾ ਨਹੀਂ ਕੀਤਾ ਕਿ ਕਿੰਨਾ ਪੈਸਾ ਅਸੀਂ ਗਲੀਆਂ ਨਾਲੀਆਂ ਪੱਕੀਆਂ ਕਰਨ ਦੇ ਨਾਂ ਤੇ, ਗਲੀਆਂ ਨਾਲੀਆਂ ਦੇ ਜਿਹੜੀਆਂ ਉਹਨਾਂ ਦੇ ਵਿੱਚੋਂ ਦੀ ਆਪਣੀ ਜੇਬਾਂ 'ਚ ਲੈ ਜਾਂਦਾ। ਇਹ ਕਦੇ ਵੇਖਿਆ? ਇਹ ਜਿਹੜਾ ਸਿਲਸਿਲਾ ਹੈ ਇਹ ਬਹੁਤ ਖਤਰਨਾਕ ਹੈ। ਔਰ ਇਹ ਜਿਹੜਾ ਮੈਂ ਕਹਿੰਦਾ ਕਿ ਗਲੀਆਂ ਨਾਲੀਆਂ ਤਾਂ 5 ਸਾਲਾਂ 'ਚ ਇਸ ਤਰ੍ਹਾਂ ਹੋ ਸਕਦੀਆਂ ਨੇ ਕਿ ਮੁੜ ਕੇ ਤੁਹਾਨੂੰ 5 ਸਾਲ ਅਗਲੇ ਸਾਲ ਲੋੜ ਨਹੀਂ ਪੈ ਸਕਦੀ। ਤੁਸੀਂ 2 ਕਰੋੜ ਰੁਪਈਆ ਹਰ ਪਿੰਡ ਤੇ ਖਰਚਣਾ ਹੁੰਦਾ ਹੈ, ਔਰ ਤੁਸੀਂ ਪਿਛਲੇ 70 ਸਾਲਾਂ 'ਚ ਹਜ਼ਾਰਾਂ ਲੱਖਾਂ ਕਰੋੜ ਰੁਪਈਆ ਜਿਹੜਾ ਪਿੰਡਾਂ ਦੇ ਗਲੀਆਂ ਨਾਲੀਆਂ ਦੇ ਨਾਂ ਤੇ ਖਰਚ ਕਰ ਦਿੱਤਾ ਹੈ। ਉਹ ਵੀ ਤੁਸੀਂ ਵੇਖੋ ਕਿ ਕੋਈ ਸਰਪੰਚ ਤੋਂ ਲੈ ਕੇ MP, ਮਿਨਿਸਟਰ, ਚੀਫ ਮਿਨਿਸਟਰ, MLA ਜਿਹੜਾ ਇਹ ਰਾਤੋਂ ਰਾਤ ਅਮੀਰ ਕਿਵੇਂ ਹੋ ਜਾਂਦੇ ਨੇ? ਇਹਨਾਂ ਕੋਲ ਕੀ ਇਹੋ ਜਿਹਾ ਬਿਜ਼ਨਸ ਹੈ ਕਿ 5 ਸਾਲਾਂ 'ਚ ਬਹੁਤ ਜ਼ਿਆਦਾ ਅਮੀਰ ਹੋ ਜਾਂਦੇ? ਕਿਤੇ ਨਾ ਕਿਤੇ ਪੈਸੇ ਆ ਰਿਹਾ ਨਾ, ਤੇ ਉਹ ਜਿਹੜਾ ਪੈਸਾ ਸਰਕਾਰੀ ਖਜ਼ਾਨੇ 'ਚ ਆਉਣਾ ਚਾਹੀਦਾ ਹੈ ਉਹ ਇਹਨਾਂ ਦੀ ਜੇਬਾਂ 'ਚ ਕਿਤੇ ਨਾ ਕਿਤੇ ਜਾ ਰਿਹਾ ਹੈ। ਤੇ ਇਹ ਮੈਨੂੰ ਲੱਗਦਾ ਕਿ ਲੋਕਾਂ ਨੂੰ ਹੁਣ ਇਹਦਾ ਪਤਾ ਚੱਲ ਚੁੱਕਿਆ। ਮੇਰੇ ਨਾਲੋਂ ਜ਼ਿਆਦਾ ਲੋਕ ਪਿੰਡਾਂ ਦੇ ਜਾਣਦੇ ਨੇ, ਜਿਨ੍ਹਾਂ ਦੇ ਕੋਲ ਇਹ ਰਹਿੰਦੇ ਨੇ, ਜਿਨ੍ਹਾਂ ਨੂੰ ਪਤਾ ਕਿ ਇਹਨੇ ਅਸਾਸੇ ਬਣਾ ਰਹੇ ਨੇ। ਦੂਜਾ ਜਿਹੜਾ ਸੰਗਤ ਦਰਸ਼ਨ ਵਾਲਾ ਹੈ ਨਾ, ਡਿਸਕ੍ਰਿਸ਼ਨਰੀ ਖਰਚਾ ਕਰਨਾ, ਇਹ ਬਿਲਕੁਲ ਹੀ ਅਨਪ੍ਰੋਡਕਟਿਵ ਹੈ। ਇਹ ਨਹੀਂ ਹੋਣਾ ਚਾਹੀਦਾ। ਇੱਕ ਪੈਸਾ ਪਹਿਲਾਂ ਸਰਕਾਰੀ ਖਜ਼ਾਨੇ 'ਚ ਆਏ, ਪ੍ਰੋਪਰ ਪਲੈਨਿੰਗ ਬਣੇ, ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਖਰਚ ਕਰਨਾ
ਤੇ ਉਹਦੀ ਇੱਕ ਇੰਡੀਪੈਂਡੈਂਟ ਇਵੈਲੂਏਸ਼ਨ ਵੀ ਹੋਵੇ ਕਿ ਭਾਈ ਇਹ ਠੀਕ ਖਰਚ ਹੋ ਰਿਹਾ ਜਾਂ ਆਪਣਾ ਜਿਹੜੇ ਸਾਡੇ ਅਸੀਂ ਟੀਚੇ ਮਿੱਥੇ ਉਹ ਪ੍ਰਾਪਤ ਹੋ ਰਹੇ ਆ ਕਿ ਨਹੀਂ ਹੋ ਰਹੇ। ਸੋ ਇਹ ਸਾਰਾ ਕੁਝ ਠੀਕ ਹੋ ਸਕਦਾ ਹੈ ਜੇ ਮੈਸੇਜ ਹੋਵੇ ਠੀਕ, ਸਿਆਸੀ ਇੱਛਾ ਸ਼ਕਤੀ ਹੋਵੇ ਤੇ ਲੋਕ ਜਿਹੜੇ ਆ ਉਹਨਾਂ ਨੂੰ ਉਹ ਵੀ ਇਹ ਸੋਚਣ ਕਿ ਭਾਈ ਇਹ ਜੋ ਫ੍ਰੀ ਬੀਜ ਨੇ ਇਹ ਜਾਂ ਸਬਸਿਡੀਆਂ ਨੇ ਜਾਂ ਸਬਸਿਡੀ ਫ੍ਰੀ ਬੀਜ ਦੇ ਨਾਂ ਤੇ ਅਮੀਰਾਂ ਨੂੰ ਵੀ ਤੁਸੀਂ ਫ੍ਰੀ ਬੀਜ ਦੇ ਰਹੇ ਹੋ, ਅਮੀਰਾਂ ਨੂੰ ਵੀ ਦੇ ਰਹੇ ਹੋ, ਕਿਉਂ ਬਈ? ਤੁਸੀਂ ਇਹਨੂੰ ਥੋੜਾ ਜਿਹਾ ਠੀਕ ਤਰ੍ਹਾਂ ਸਿਲਸਿਲਾ ਚਲਾਓ ਤੇ ਬਿਜ਼ਨਸ ਐਜ਼ ਯੂਜੂਅਲ ਕਿਸੇ ਦੇ ਹਿੱਤ ਵਿੱਚ ਨਹੀਂ, ਪੰਜਾਬ ਦੇ ਵਿਕਾਸ ਦੀ ਤਾਂ ਗੱਲ ਹੀ ਦੂਰ ਦੀ ਹੈ। ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਥੈਂਕ ਯੂ ਜੀ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਅਰਥ ਸ਼ਾਸਤਰੀ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ। ਸਵਾਲ ਉਹੀ ਆ ਜੋ ਲੋਕ ਸੋਚਦੇ ਨੇ ਕਿ ਆਖਿਰਕਾਰ ਪੰਜਾਬ ਵਿਕਾਸ ਦੀਆਂ ਲੀਹਾਂ ਤੇ ਕਿਉਂ ਨਹੀਂ ਤੁਰਦਾ। ਸਿਆਸਤਦਾਨ ਅਮੀਰ ਹੁੰਦੇ ਜਾਂਦੇ ਨੇ, ਪੰਜਾਬ ਦੇ ਸਿਰ ਤੇ ਕਰਜ਼ਾ ਚੜਦਾ ਜਾਂਦਾ। ਅਗਲੀ ਸਰਕਾਰ ਕਿਹੜੀ ਬਣ ਰਹੀ ਹੈ ਥੋੜੇ ਦਿਨਾਂ 'ਚ ਸਾਫ਼ ਹੋ ਜਾਣਾ, ਪਰ ਉਹ ਸਰਕਾਰ ਦਾ ਏਜੰਡਾ ਕੀ ਹੋਵੇਗਾ? ਕੀ ਉਹ ਸਾਫ਼ ਸੁਥਰਾ ਪ੍ਰਸ਼ਾਸਨ ਦੇ ਸਕੇਗੀ, ਗਵਰਨੈਂਸ ਦੇ ਸਕੇਗੀ? ਕੀ ਉਹ ਭ੍ਰਿਸ਼ਟਾਚਾਰ ਨੂੰ ਜਿਹੜਾ ਖਤਮ ਕਰ ਸਕੇਗੀ? ਇਹ ਸਾਰੇ ਸਵਾਲ ਨੇ ਜਿਹੜੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸ਼ਾਇਦ ਸਾਡੇ ਤੁਹਾਡੇ ਸਭ ਦੇ ਸਾਹਮਣੇ ਹੋਣਗੇ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ।